ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਇੱਕ ਵਾਰ ਫਿਰ 25 ਸਾਲ ਬਾਅਦ ਸਮਝੌਤਾ ਹੋ ਚੁੱਕਾ। ਇਸ ਸਮਝੌਤੇ ਨੇ ਪੰਜਾਬ ਦੇ ਸਿਆਸੀ ਸਮੀਕਰਨ ਵੀ ਬਦਲ ਦਿੱਤੇ ਨੇ। ਮਸਲਾ 2022 ਦਾ ਔਰ ਸ਼੍ਰੋਮਣੀ ਅਕਾਲੀ ਦਲ ਤੇ ਜਿਹੜਾ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਸਮਝੌਤਾ ਉਹ ਨਵੀਂ ਗੱਲ ਨਹੀਂ, ਕਿਉਂਕਿ 1996 ਤੇ ਜਦ ਲੋਕ ਸਭਾ ਚੋਣਾਂ ਦੌਰਾਨ ਹੋਇਆ ਸੀ ਤੇ ਇਹ ਸਮਝੌਤਾ ਬੜਾ ਕਾਮਯਾਬ ਹੋਇਆ ਸੀ। 13 ਚੋਂ 11 ਸੀਟਾਂ ਸ਼੍ਰੋਮਣੀ ਅਕਾਲੀ ਦਲ ਔਰ ਬਹੁਜਨ ਸਮਾਜ ਪਾਰਟੀ ਨੇ ਜਿੱਤੀਆਂ। ਹੁਣ 2022 ਆ, ਕੀ ਇਹ ਜਿਹੜਾ ਸਮਝੌਤਾ ਫਿਰ ਉਹ ਕਾਮਯਾਬ ਹੋਏਗਾ ਜਾਂ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੀ ਅੱਜ ਖੁਸ਼ੀ ਹੈ ਕਿ ਬਹੁਜਨ ਸਮਾਜ ਪਾਰਟੀ ਨਾਲ ਸਮਝੌਤਾ ਹੈ, ਕਿ ਉਹਨਾਂ ਦੁੱਖ ਇਹ ਵੀ ਹੈ ਕਿ ਭਾਰਤੀ ਜਨਤਾ ਪਾਰਟੀ ਨਾਲੋਂ ਨਾਤਾ ਕਿਉਂ ਟੁੱਟਾ? ਇਸ ਮੁੱਦੇ ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਸਿਕੰਦਰ ਸਿੰਘ ਮਲੂਕਾ। ਮਲੂਕਾ ਸਾਹਿਬ, ਸਮਝੌਤਾ ਤਾਂ ਹੋ ਗਿਆ ਨਾ, ਇਹ ਸਮਝੌਤਾ ਆਮ ਆਦਮੀ ਪਾਰਟੀ ਕਹਿ ਰਹੀ ਕਿ ਨਰਿੰਦਰ ਮੋਦੀ ਦੇ ਕਹਿਣ ਤੇ ਕੀਤਾ ਗਿਆ ਤੇ ਕਾਂਗਰਸ ਪਾਰਟੀ ਕਹਿ ਰਹੀ ਹੈ ਕਿ ਦੋਨੇ ਡੁੱਬਦੇ ਹੀ ਤੇ ਇੱਕ ਦੂਜੇ ਦਾ ਸਹਾਰਾ। ਵੇਖੋ, ਵਿਰੋਧੀ ਕਈ ਵਾਰੀ ਇਹੋ ਜਿਹੇ ਸਮਝੌਤਿਆਂ ਤੋਂ ਨਾ ਅੰਦਰੋਂ ਬੜੇ ਘਬਰਾਏ ਹੋਏ ਹੁੰਦੇ ਆ, ਪਰ ਉਹਨਾਂ ਨੂੰ ਕਹਿਣਾ ਇਹੀ ਪੈਂਦਾ ਜਿਹੜਾ ਕਿਹਾ ਉਹਨਾਂ ਨੂੰ ਇਹੀ ਕਹਿਣਾ ਪੈਣਾ, ਕਿਉਂਕਿ ਹੋਰ ਕਹਿਣ ਵੀ ਕੀ। ਸੋ ਜਿਹੜਾ ਇਹ ਸਮਝੌਤਾ ਜਿਹੜਾ ਹੋਇਆ ਵੇਖੋ 24 ਸਾਲਾਂ ਬਾਅਦ ਹੈ, 25 ਸਾਲਾਂ ਬਾਅਦ। 25 ਸਾਲ ਹੋ ਗਏ। 1996 ਚ ਹੋਇਆ ਸੀ ਤੇ ਜਿਹਦੇ ਰਿਜ਼ਲਟ ਕਲੀਨ ਸਵੀਪ ਸੀਗੀ ਉਸ ਵੇਲੇ ਪੰਜਾਬ ਦੇ ਵਿੱਚ ਸਾਰੀ ਪਾਰਲੀਮੈਂਟ ਦੀ ਸੀਟਾਂ ਦੀ। 25 ਸਾਲਾਂ ਬਾਅਦ ਹੁਣ ਅਸੀਂ ਦੁਬਾਰਾ ਇਕੱਠੇ ਹੋਏ ਹਾਂ, ਕਿਉਂਕਿ ਉਹਨਾਂ ਚਿਰ ਸਾਡਾ ਬੀਜੇਪੀ ਨਾਲ ਚੱਲਦਾ ਰਿਹਾ ਸਾਰਾ ਜਿਹੜਾ ਕਾਫੀ ਕੰਮ। ਹੁਣ ਬੀਜੇਪੀ ਨਾਲ ਕਿਉਂਕਿ ਸਾਡੀ ਟੁੱਟ ਗਈ ਹੈ, ਹੁਣ ਸਾਡਾ ਇਸ ਕਿਸਾਨੀ ਮੁੱਦੇ ਦੇ ਉੱਤੇ ਟੁੱਟ ਗਈ ਹੈ। ਹੁਣ ਸਾਨੂੰ ਕੋਈ ਨਾ ਕੋਈ ਅਲਾਇੰਸ ਤਾਂ ਹੀ ਚਾਹੀਦਾ ਸੀ। ਨਹੀਂ, ਤਿਆਰੀ ਤਾਂ ਅਸੀਂ ਕਰ ਲਈ ਸੀ, ਇਕੱਲਿਆਂ ਨੇ ਵੀ ਲੜਨ ਦੀ ਆਪਦੀ ਪੂਰੀ ਸਾਰੀਆਂ ਸੀਟਾਂ ਤੇ ਸਾਡੇ ਬੰਦੇ ਵੀ ਕਾਇਮ ਹੋ ਗਏ ਸੀ। ਪਰ ਫਿਰ ਵੀ ਪਾਰਟੀ ਦੇ ਵਿੱਚੋਂ ਅੰਦਰੋਂ ਵਰਕਰਾਂ ਦਾ, ਸਿਆਣੇ ਬੰਦਿਆਂ ਦੀ ਰਾਏ ਸੀ ਵੀ ਜਿਹੜੇ ਛੋਟੀਆਂ ਪਾਰਟੀਆਂ ਜਿਨ੍ਹਾਂ ਦਾ ਆਧਾਰ ਇਹ ਹੈ ਕਿ 5-5, 4-4% ਵੋਟ ਉਹਨਾਂ ਕੋਲ ਹੈਗੀ ਹੈ, ਪਰ ਉਹ ਵਿਚਾਰੇ ਇਕੱਲੇ ਜਿੱਤ ਨਹੀਂ ਸਕਦੇ। ਜਿਵੇਂ ਬਹੁਜਨ ਸਮਾਜ ਪਾਰਟੀ ਦਾ ਕਾਫੀ ਚਿਰ ਤੋਂ ਕੋਈ ਐਮਐਲਏ ਹੈ ਨਹੀਂ, ਕਮਿਊਨਿਸਟਾਂ ਦਾ ਕੋਈ ਕਾਫੀ ਚਿਰ ਤੋਂ ਵਿਧਾਨ ਸਭਾ ਚ ਐਮਐਲਏ ਹੈ ਨਹੀਂ, ਵੋਟ ਇਹਨਾਂ ਕੋਲੇ 4-4, 5-5% ਹੈਗੀ ਹੈ। ਕਈ ਵਾਰੀ ਆਪਾਂ ਸੋਚ ਲੈਂਦੇ ਵੀ 2% ਵੋਟ ਪਈ ਜਾਂ 1% ਪਈ, ਉਹਦਾ ਕਾਰਨ ਹੁੰਦਾ ਕਿ ਲੋਕਾਂ ਦੇ ਮਨ ਚ ਆਉਂਦੇ ਵੀ ਇਹਨਾਂ ਨੇ ਜਿੱਤਣਾ ਤਾਂ ਹੈ ਨਹੀਂ। ਛੋਟੇ ਵਰਕਰ ਥੱਲੇ ਵਾਲੇ ਚਲੇ ਜਾਂਦੇ ਨੇ, ਦੂਜੇ ਪਾਸੇ ਪਾਪੂ ਦਿੰਦੇ ਨੇ। ਸੋ ਅਸੀਂ ਜਦੋਂ ਸਾਡਾ ਬੀਜੇਪੀ ਨਾਲ ਟੁੱਟ ਗਿਆ ਸੀਗਾ ਜਿਸ ਵੇਲੇ ਗੱਠਜੋੜ, ਉਸ ਵੇਲੇ ਅਸੀਂ ਸੋਚਿਆ ਸੀ ਕਿ ਅਸੀਂ ਇਕੱਲੇ ਵੀ ਤਿਆਰੀ ਕਰੀਏ ਤੇ ਨਾਲ ਅਲਾਇੰਸ ਵੀ ਟਟੋਲ ਲਈਏ। ਉਦੋਂ ਤੇ ਅਸੀਂ ਬੀਐਸਪੀ ਨੇ ਸ਼ੁਰੂ ਕਰਤੀ ਸੀ ਗੱਲਬਾਤ, ਨਾਲ ਦੀ ਨਾਲ ਹੀ ਮੁੱਕਣ ਸਾਰੀ ਸੀ, ਪੰਜਾਬ 'ਚ ਵੀ ਤੇ ਦਿੱਲੀ ਵੀ ਡਿਊਟੀ ਲਾ ਲਈ ਸੀ। ਅਖੀਰ ਸਾਡੀ ਕੋਈ ਮਹੀਨਾ ਕੁ ਪਹਿਲਾਂ ਸਾਰੀ ਗੱਲ ਸਿਰੇ ਚੜ ਗਈ ਸੀ। ਸਮਝੌਤਾ ਫਾਈਨਲ ਹੋ ਗਿਆ ਸੀ ਦਿੱਲੀ 'ਚ ਬਹਿ ਕੇ ਮਾਇਆਵਤੀ ਜੀ ਨਾਲ, ਤੇ ਸੀਟਾਂ ਦੀ ਵੰਡ ਵੀ ਹੋ ਗਈ ਸੀ। ਸਾਰਾ ਸਮਝੌਤਾ ਕਿੰਨੀਆਂ ਸੀਟਾਂ ਦੇਣੀਆਂ, ਕਿ ਕਿਹੜੀਆਂ ਦੇਣੀਆਂ, ਉਹ ਸਾਰਾ ਫੈਸਲਾ ਦਿੱਲੀ ਹੋ ਗਿਆ ਸੀਗਾ। ਅਸੀਂ ਕਰੋਨਾ ਕਰਕੇ ਇਹਨੂੰ ਅਨਾਉਂਸ ਲੇਟ ਕੀਤਾ ਸੀ, ਤਾਂ ਵੀ ਕਰੋਨਾ ਕਰਕੇ ਥੋੜਾ ਜਿਹਾ ਨਹੀਂ ਸੀ ਚਾਹੁੰਦੇ। ਸੋ ਇਹ ਸਮਝੌਤਾ ਬੜਾ ਸਫਲ ਹੋਏਗਾ। ਤੁਸੀਂ ਵੇਖ ਲਓਗੇ ਉਹੀ ਇਤਿਹਾਸ ਫਿਰ ਦੁਹਰਾਏਗਾ, ਬਲਕਿ ਉਦੋਂ ਜ਼ਿਆਦਾ ਵਧੀਆ ਦੁਹਰਾਏਗਾ ਜਿੰਨੀ ਕਾਂਗਰਸ ਦੀ ਹਾਲਤ ਹੁਣ ਮਾੜੀ ਹੈ। ਤੁਸੀਂ ਤਾਂ ਆਪ ਸਿਆਣੇ ਪੱਤਰਕਾਰ ਆ, ਤੁਸੀਂ ਜਾਣਦੇ ਆ ਸਾਰਾ ਕੁਝ। ਜਿੰਨੇ ਕਾਂਗਰਸ ਦੀ ਹਾਲਤ ਪੰਜਾਬ 'ਚ ਹੁਣ ਪਤਲੀ ਹੈ, ਸ਼ਾਇਦ 1996 ਦੇ ਵਿੱਚ ਇੰਨੀ ਪਤਲੀ ਨਹੀਂ ਸੀ, ਕਿਉਂਕਿ ਬੇਅੰਤ ਸਿੰਘ ਦੀ ਗਵਰਨਮੈਂਟ ਤੋਂ ਬਾਅਦ ਆਈ ਸੀ। ਉਹ ਥੋੜੇ ਜਿਹੇ ਮੁੱਖ ਮੰਤਰੀ ਕਮਜ਼ੋਰ ਸੀ ਉਸ ਵੇਲੇ, ਕਾਫੀ ਲੋਕੀ ਉਹਨਾਂ ਦੇ ਹੱਕ 'ਚ ਵੀ ਸੀ ਕਿਉਂਕਿ ਅੱਤਵਾਦ ਖਤਮ ਕੀਤਾ ਸੀ ਉਹਨਾਂ ਨੇ। ਇਸ ਵੇਲੇ ਤਾਂ ਸਾਰੇ ਲੋਕ ਵਿਰੋਧੀ ਨੇ, ਇਵਨ ਕਾਂਗਰਸ ਦੇ ਆਪਦੇ ਬੰਦੇ ਵੀ ਵਿਰੋਧੀ ਨੇ ਜਿਹੜੇ ਹੈਗੇ ਆ। ਸੋ ਕੋਈ ਕਾਂਗਰਸ ਸਰਕਾਰ ਨਾਂ ਦੀ ਪੰਜਾਬ 'ਚ ਇਸ ਵੇਲੇ ਕੋਈ ਚੀਜ਼ ਹੀ ਹੈ ਨਹੀਂ ਗੀ। ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ, ਲੋਕੀ ਤਾਂ ਮੁੱਠੀਆਂ 'ਚ ਥੁੱਕੀ ਬੈਠੇ ਵੀ ਵੋਟਾਂ ਕਿਹੜੇ ਵੇਲੇ ਆਉਣ ਤੇ ਇਹਨਾਂ ਨੂੰ ਸਬਕ ਸਿਖਾਈਏ। ਸੋ ਉਹ ਭਾਲਦੇ ਸੀ ਕੋਈ ਚੀਜ਼ ਫਰੰਟ ਮਿਲ ਜੇ ਮੂਹਰੇ, ਜਿਹੜਾ ਕਿ ਕਲੀਅਰ ਹੋਵੇ ਗੱਲ। ਅਕਾਲੀ ਦਲ ਦੀ ਤਾਂ ਗਿਣਦੇ ਹੀ ਹੈ ਕਿ ਪਿਛਲੀ ਜਿਹੜੀ ਡਿਵੈਲਪਮੈਂਟ ਕਰਾਈ, ਸਾਰਾ ਕੁਝ ਕਰਾਇਆ, ਉਹਨੂੰ ਤਾਂ ਮੰਨਦੇ ਨੇ, ਪਰ ਨਾਲ ਹੁਣ ਜਿਹੜਾ ਫਰੰਟ ਮਿਲ ਗਿਆ, ਤੁਸੀਂ ਹੈਰਾਨ ਹੋਵੋਗੇ ਅੱਜ ਪੰਜਾਬ ਦੇ ਵਿੱਚ ਬਹੁਤ ਥਾਈਂ ਲੱਡੂ ਵੰਡੇ ਗਏ ਆ, ਭੰਗੜੇ ਪਾਏ ਗਏ, ਢੋਲ ਵਜਾਏ ਗਏ ਆ, ਗਿੱਧਾ ਪਾਇਆ ਗਿਆ, ਖੁਸ਼ੀ ਮਨਾਈ ਗਈ ਹੈ ਜਿਹੜੀ ਲੋਕਾਂ ਨੂੰ। ਕਈ 100 ਟੈਲੀਫੋਨ ਤਾਂ ਮੈਨੂੰ ਨਹੀਂ ਚੈਨ ਲੈਣ ਦਿੱਤੀ, 2-3 ਘੰਟੇ ਆ ਗਿਆ ਹਟ ਗਿਆ, ਵਿੱਚ 2 ਆ ਗਏ ਟੈਲੀਫੋਨ ਜੀ। ਆ ਬਹੁਤ ਚੰਗਾ ਕੰਮ ਹੋਇਆ ਜੀ। ਸਾਡੇ ਵਰਕਰ ਇੱਕ ਕਿਸਮ ਦਾ ਉਤਸ਼ਾਹ ਫੜ ਗਏ ਸਾਰੇ, ਬਹੁਜਨ ਸਮਾਜ ਪਾਰਟੀ ਦੇ ਵੀ ਫੜ ਗਏ, ਸਾਡੇ ਵੀ ਫੜ ਗਏ, ਉਤਸ਼ਾਹ ਫੜ ਗਏ ਵੀ ਆ ਜੀ ਬਹੁਤ ਚੰਗਾ ਹੋਇਆ। ਜਦੋਂ ਵਰਕਰ ਉਤਸ਼ਾਹ ਫੜ ਜਾਣ ਉਦੋਂ ਫਿਰ ਵਰਕਰ ਜਿਹੜੀ ਅਸੰਭਵ ਚੀਜ਼ ਹੁੰਦੀ ਹੈ ਉਹਨੂੰ ਵੀ ਸੰਭਵ ਕਰ ਦਿੰਦੇ ਆ। ਕੰਮ ਤਾਂ ਵਰਕਰਾਂ ਨੇ ਕਰਨਾ ਨਾ, ਅਸੀਂ ਤਾਂ ਨਹੀਂ ਇਕੱਲਾ ਕਰਨਾ। ਸੀਟਾਂ ਜਿਹੜੀਆਂ ਅਨੰਦਪੁਰ ਸਾਹਿਬ ਹੋ ਗਈ, ਮੋਹਾਲੀ ਹੋ ਗਈ, ਜਿੱਥੇ ਅਕਾਲੀ ਦਲ ਲੜਦਾ ਰਿਹਾ ਹੈਗਾ, ਪਰ ਉਹ ਬਹੁਤ ਸਾਰੀਆਂ ਸੀਟਾਂ ਹੈਗੀਆਂ ਜਿਹੜੀਆਂ ਜਨਰਲ ਸੀਟਾਂ ਜਿਹੜੀਆਂ ਅਕਾਲੀ ਦਲ ਲੜਦਾ ਰਿਹਾ ਹੈਗਾ, ਉਹ ਹੁਣ ਬਹੁਜਨ ਸਮਾਜ ਪਾਰਟੀ ਦੇ ਦਿੱਤੀਆਂ। ਪਾਰਟੀ ਦੇ ਚ ਨਹੀਂ ਕੋਈ ਇਦਾਂ ਦੀ ਨਾਰਾਜ਼ਗੀ ਲੀਡਰਾਂ ਦੀ ਹੋਏਗੀ? ਅਨੰਦਪੁਰ ਤਾਂ ਆਪਾਂ ਲੜੀ ਨਹੀਂ ਕਦੇ, ਬੀਜੇਪੀ ਲੜਦੀ, ਉਹ ਬੀਜੇਪੀ ਲੜਦੀ ਹੈ। ਮੋਹਾਲੀ ਆਪਣੇ ਕੋਲੇ ਕੋਈ ਬੰਦਾ ਨਾ ਪਿੱਛੇ ਸੀ ਨਾ ਹੁਣ, ਲੜਦੇ ਰਹੇ ਆ ਪਰ ਹਾਰਦੇ ਰਹੇ ਆ। ਬੰਦਾ ਹੈ ਨਹੀਂ ਸੀ, ਕੋਈ ਟਿਕਾਊ ਬੰਦਾ ਰਿਹਾ ਨਹੀਂ। ਕਦੇ ਕੋਈ ਆ ਗਿਆ, ਕਦੇ ਕੋਈ ਆ ਗਿਆ, ਕਿ ਇੱਥੇ ਧੜੇ ਬਹੁਤ ਇੱਕ ਦੂਜੇ ਨੂੰ ਹਰਾਉਂਦੇ ਆ। ਬਾਕੀ ਜਦੋਂ ਕੋਈ ਸਮਝੌਤਾ ਕਰਨਾ ਹੋਵੇ ਨਾ ਭੁੱਲਰ ਸਾਹਿਬ, ਉਦੋਂ ਫਿਰ ਐਡਜਸਟਮੈਂਟਾਂ ਕਰਨੀਆਂ, ਕੁਝ ਦੇਣਾ ਲੈਣਾ ਤਾਂ ਪੈਂਦਾ ਹੀ ਹੈ। ਉਹਦੇ ਵਿੱਚ ਸਾਰੀਆਂ ਚੀਜ਼ਾਂ ਉਹਨਾਂ ਦੀ ਇੱਛਾ ਵੀ ਸੀ, ਉਹ ਦੁਆਬੇ ਚੋਂ ਬਾਹਰ ਨਹੀਂ ਸੀ ਜਾਣਾ ਚਾਹੁੰਦੇ।
ਬਹੁਜਨ ਸਮਾਜ ਪਾਰਟੀ ਵਾਲੇ ਜ਼ਿਆਦਾ ਸੀਟਾਂ ਦੁਆਬੇ 'ਚ ਹੀ ਮੰਗਦੇ ਸੀ, ਉਹ ਸਾਰੀਆਂ। ਉਹ ਦੁਆਬੇ 'ਚ ਬਾਹਰ ਨਹੀਂ ਸੀ ਜਾਣਾ ਚਾਹੁੰਦੇ, ਉਹਨੂੰ ਪਤਾ ਸੀ ਦੁਆਬੇ 'ਚੋਂ ਕਾਫੀ ਤਕੜੇ ਨੇ। ਸੋ ਇਸ ਕਰਕੇ ਲੈਣ ਦੇਣ ਤਾਂ ਫਿਰ ਕਰਨਾ ਪੈਂਦਾ ਹੁੰਦਾ, ਜਦੋਂ ਕੋਈ ਚੀਜ਼ਾਂ ਛੱਡਣੀਆਂ ਪੈਂਦੀਆਂ, ਕੋਈ ਕਰਨੀਆਂ ਪੈਂਦੀਆਂ। ਇਹ ਤਾਂ ਕੌੜੇ ਘੁੱਟੇ ਇਹੋ ਜਿਹੇ ਭਰਨੇ ਪੈਂਦੇ ਹੁੰਦੇ ਆ। ਸਾਰੀ ਚੀਜ਼ ਆਪਣੀ ਇੱਛਾ ਦੇ ਮੁਤਾਬਕ ਨਹੀਂ ਹੁੰਦੀ। ਪਰ ਕੁੱਲ ਮਿਲਾ ਕੇ ਸਮਝੌਤਾ ਬਹੁਤ ਵਧੀਆ ਹੋਏਗਾ। ਬਹੁਜਨ ਸਮਾਜ ਪਾਰਟੀ ਦੀ ਵੀ ਵੱਡੀ ਗਿਣਤੀ ਆਏਗੀ ਅਸੈਂਬਲੀ ਦੇ ਵਿੱਚ, ਤੁਸੀਂ ਵੇਖ ਲਿਓ। ਮੈਂ ਅੱਜ ਹੀ ਕਹਿਣਾ ਕਿ ਸੀਟਾਂ ਤਾਂ ਜ਼ਿਆਦਾ ਆਉਣਗੀਆਂ, ਪਰ 10 ਦੀ ਤਾਂ ਮੈਂ ਗਰੰਟੀ ਕਰਦਾ ਕਿ 10 ਤਾਂ ਘੱਟੋ ਘੱਟ ਬਹੁਜਨ ਦੀਆਂ ਪੱਕੀਆਂ ਨੇ। ਮੈਨੂੰ ਲੱਗਦਾ ਆਉਣਗੇ ਤੇ ਇਦੋਂ ਜ਼ਿਆਦਾ ਜਿਹੜੀ ਹੈਗੀ ਆ। ਉਹਨਾਂ ਦੀਆਂ 10 ਪੱਕੀਆਂ ਤੇ ਤੁਹਾਡੀਆਂ ਕਿੰਨੀਆਂ ਪੱਕੀਆਂ? ਨਹੀਂ, ਜਿਹੜਾ ਦੋਨਾਂ ਫਰੰਟ ਦਾ ਜਿਹੜਾ ਸਾਡਾ ਜਦੋਂ ਅਸੀਂ ਸਾਰਾ ਚੱਲ ਪਿਆ ਕੰਮ, ਵੇਖੋ ਜਿਹੜਾ ਸਾਡਾ ਰਲ ਮਿਲ ਕੇ ਜਿਹੜਾ ਸਾਡੇ ਮੁਤਾਬਕ 75 ਤੋਂ 80 ਸੀਟਾਂ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀਆਂ ਰਲ ਕੇ ਜਿਹੜੀਆਂ ਆਉਣਗੀਆਂ, ਇਹ ਫੁੱਲ ਮੈਜੋਰਟੀ। ਬਿਲਕੁਲ ਫੁੱਲ ਮੈਜੋਰਟੀ ਆਏਗੀ। ਬਿਲਕੁਲ। ਜਿਹੜੇ ਕਾਂਗਰਸ ਪਾਰਟੀ, ਆਪ, ਬੀਜੇਪੀ, ਇਹ ਕਿਤੇ ਨਹੀਂ ਤੁਹਾਨੂੰ ਦਿਖਾਈ ਦਿੰਦੇ? ਕਾਂਗਰਸ ਦਾ ਤਾਂ ਮੈਂ ਤੁਹਾਨੂੰ ਦੱਸਦਾ ਕਿ ਇੰਨਾ ਮਾੜਾ ਹਾਲਤ ਹੈ, ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ, ਪਤਾ ਇਹਨਾਂ ਨੇ ਮੰਨ ਲਿਆ ਭਾਣਾ। ਇਹਨਾਂ ਦੀਆਂ ਤਾਂ 20 ਤੋਂ ਨਹੀਂ ਟੱਪਣਗੀਆਂ, ਥੱਲੇ ਰਹਿਣਗੀਆਂ, ਜਿੰਨਾ ਮਰਜ਼ੀ। ਜੇ 20 ਤੋਂ ਉੱਪਰ ਨਹੀਂ ਜਾਣਗੀਆਂ ਤਾਂ ਘੱਟ ਹੀ ਰਹਿਣਗੀਆਂ। ਆਮ ਆਦਮੀ ਪਾਰਟੀ ਦਾ ਹੁਣ ਕੋਈ ਰਿਆ ਨਹੀਂ, ਆਧਾਰ ਖਤਮ ਹੋ ਗਿਆ। ਸਾਡੇ ਹੀ 6-7 ਜ਼ਿਲ੍ਹਿਆਂ ਚੋਂ ਆਮ ਆਦਮੀ ਪਾਰਟੀ ਦੇ ਜਿਹੜੇ 16 MLA ਉੱਥੋਂ ਹੀ ਜਿੱਤੇ ਸੀ, 4 ਕੁ ਬਾਕੀ ਸੀ। ਜਿਵੇਂ ਇੱਕ ਅੱਧਾ ਇੱਥੋਂ ਜਿੱਤ ਗਿਆ, ਇੱਕ ਰੋਪੜ ਚੋਂ ਜਿੱਤ ਗਿਆ, ਇੱਕ ਹੁਸ਼ਿਆਰਪੁਰ ਚੋਂ ਜਿੱਤ ਗਿਆ, ਇੱਕ ਕਪੂਰਥਲੇ ਤੋਂ ਜਿੱਤ ਗਿਆ। ਬਾਕੀ ਸਾਰੇ ਉਹ 6-7 ਜ਼ਿਲ੍ਹਿਆਂ 'ਚ, ਸਾਡੇ 'ਚ 16 MLA ਉੱਥੋਂ ਹੀ ਸੀ। ਉਹ 16 ਦੇ 16 ਜੇ ਖੜਨਗੇ, ਉੱਥੇ ਜ਼ਮਾਨਤ ਕਿਸੇ ਦੀ ਵੀ ਨਹੀਂ ਬਚਦੀ, ਜ਼ਬਤ ਹੋਊਗੀ ਸਾਰਿਆਂ ਦੀ। ਪਰ ਮੈਨੂੰ ਲੱਗਦਾ ਵੀ 4-5-6 ਤਾਂ ਅੱਜ ਤੋਂ ਪਹਿਲਾਂ ਭੱਜ ਹੀ ਗਏ, ਤੇ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਕਿਉਂਕਿ ਸਾਡੇ ਵੀ ਤਾਲਮੇਲ 'ਚ ਰਹੇ ਆ ਕਾਫੀ, ਹੁਣ ਵੀ ਰਹੇ ਆ, ਪਿੱਛੇ ਵੀ ਰਹੇ ਆ, ਸਾਡੇ ਨਾਲ ਵੀ ਗੱਲਬਾਤ ਕਰਦੇ ਰਹੇ ਵੀ ਟਿਕਟ ਦੇ ਦਿਓ, ਅਸੀਂ ਤੁਹਾਡੇ 'ਚ ਆ ਜਾਂਦੇ ਹਾਂ। ਸਾਡੇ ਕੋਲ ਉੱਥੇ ਟਿਕਟਾਂ ਵਾਲਾ ਸਭ ਨਹੀਂ, ਬਾਕੀ ਸਾਨੂੰ ਪਤਾ ਕਿ ਜਿੱਤਣੇ ਨਹੀਂ ਦੁਬਾਰਾ, ਜੇ ਅਸੀਂ ਵੀ ਟਿਕਟ ਦੇ ਦਿਆਂਗੇ ਤਾਂ ਵੀ ਨਹੀਂ ਜਿੱਤਣੇ। ਸੋ ਆਮ ਆਦਮੀ ਪਾਰਟੀ ਦਾ ਤਾਂ ਇੱਕ ਬਸ ਆਈ ਸੀ ਹਵਾ ਦੇ ਬੁੱਲੇ ਨੂੰ, ਜਿਵੇਂ 99 'ਚ ਮਾਨ ਆਇਆ ਸੀ, ਮੁੜ ਕੇ ਇੱਥੇ ਆਇਆ ਨਹੀਂ ਮਾਨ। ਇਹ ਆਮ ਆਦਮੀ ਪਾਰਟੀ ਦਾ ਕੋਈ ਭਵਿੱਖ ਨਹੀਂ, ਤੁਸੀਂ ਵੇਖ ਲਓ। ਇਹ ਤਾਂ 2017 ਚੋਂ ਤੋਂ ਜਿਹੜੀ ਹਵਾ ਲੈ ਗਈ, ਉਦੋਂ ਤਾਂ ਹੋਰ ਵੀ ਚੰਗੀ ਪੋਜੀਸ਼ਨ ਹੋ ਸਕਦੀ ਸੀ ਜੇ ਗਲਤੀਆਂ ਨਾ ਕਰਦੇ। ਪਰ 22 ਦੇ ਵਿੱਚ ਤਾਂ ਆਮ ਆਦਮੀ ਪਾਰਟੀ ਦਾ ਉਦੋਂ ਬਾਅਦ ਤਾਂ ਖਤਮ ਹੋ ਜਾਏਗਾ ਨਾਮ ਨਿਸ਼ਾਨ। ਤੁਹਾਨੂੰ ਲੱਗਦਾ ਕਿ ਬੀਜੇਪੀ ਦੇ ਨਾਲ ਜਿਹੜਾ ਤੁਹਾਡਾ ਗੱਠ ਜੋੜ ਰਿਹਾ ਹੈਗਾ, ਸੈਂਟਰ ਲੈਵਲ ਤੇ ਅਕਾਲੀ ਦਲ ਨੂੰ ਨੁਮਾਇੰਦਗੀ ਮਿਲਦੀ ਰਹੀ ਆ, ਸਰਕਾਰ ਬਣ ਰਹੀ, ਸਰਕਾਰ ਦੇ ਵਿੱਚ ਅਕਾਲੀ ਦਲ ਦੇ ਮੰਤਰੀ ਬਣਦੇ ਰਹੇ ਹੈਗੇ ਨੇ, ਉਹ ਬੀਐਸਪੀ ਉਸ ਲੈਵਲ ਦੀ ਪਾਰਟੀ ਨਹੀਂ ਹੈਗੀ ਕਿ ਸੈਂਟਰ 'ਚੋਂ ਸਰਕਾਰ ਬਣਾ ਦੇ ਹੈਗੇ? ਨਹੀਂ, ਵੇਖੋ ਸਾਡੇ ਕਾਂਗਰਸ ਨਾਲ ਤਾਂ ਅਸੀਂ ਜਾ ਨਹੀਂ ਸੀ ਸਕਦੇ ਕਦੇ ਵੀ। ਅਸੀਂ ਭਾਰਤੀ ਜਨਤਾ ਪਾਰਟੀ ਨੇ ਇਸੇ ਕਰਕੇ ਚੱਲੇ ਸੀ ਵੀ ਪੰਜਾਬ ਦੇ ਭਲਾ, ਹਿੰਦੂ ਸਿੱਖ ਏਕਤਾ ਜਾਂ ਹੋਰ ਇਹ ਕਈ ਏਜੰਡੇ ਸੀਗੇ। ਪਰ ਹੁਣ ਕੋਈ ਜ਼ਰੂਰੀ ਨਹੀਂ ਸੈਂਟਰ ਦੀ ਮਿਨਿਸਟਰੀ ਲੈਣੀ। ਜਿੱਥੇ ਪੰਜਾਬ ਦੇ ਹਿੱਤਾਂ ਦੀ ਗੱਲ ਹੈ, ਪੰਜਾਬ ਦੇ ਲੋਕਾਂ ਦੀ ਗੱਲ ਹੈ, ਜਾਂ ਪੰਜਾਬ ਦੀ ਕਿਸਾਨੀ ਦੀ ਗੱਲ ਹੈ, ਉੱਥੇ ਜਾ ਕੇ ਵਜ਼ੀਰੀ ਕੋਈ ਸਾਡੇ ਵਾਸਤੇ ਵੱਡੀ ਗੱਲ ਨਹੀਂ ਹੈਗੀ। ਨਹੀਂ ਵਜ਼ੀਰੀ ਹੋ ਤਾਂ ਕੀ ਹੁੰਦਾ, ਫਰਕ ਹੀ ਪੈਂਦਾ। ਹੁਣ ਅਸੀਂ ਜਿਹੜਾ ਕਰਾਂਗੇ, ਕਿਉਂਕਿ ਚਾਹੇ ਪਹਿਲਾਂ ਕਾਂਗਰਸ ਪਾਰਟੀ ਸੀ, ਚਾਹੇ ਭਾਰਤੀ ਜਨਤਾ ਪਾਰਟੀ ਸੀ, ਹੌਲੀ ਇਹ ਸਟੇਟਾਂ ਦੀਆਂ ਜਿਹੜੀਆਂ ਪਾਵਰਾਂ ਖੋ ਰਹੇ ਨੇ, ਘਟਾਈ ਜਾਂਦੇ ਨੇ। ਆਉਣ ਵਾਲਾ ਸਾਡਾ ਜਿਹੜਾ ਮਿਸ਼ਨ ਹੋਏਗਾ ਰਲ ਮਿਲ ਕੇ, ਅਸੀਂ ਪਿੱਛੇ ਵੀ ਕੋਸ਼ਿਸ਼ ਕੀਤੀ ਹੈ, ਹੁਣ ਵੀ ਕਰਾਂਗੇ। ਅਸੀਂ ਲੋਕਲ ਜਿਹੜੀਆਂ ਸਟੇਟਾਂ ਵਾਲੀਆਂ ਪਾਰਟੀਆਂ, ਜਿਵੇਂ ਉੱਥੇ ਬੰਗਾਲ ਦੀ ਮਮਤਾ ਬੈਨਰਜੀ ਹੈ, ਉੜੀਸਾ ਦਾ ਪਟਨਾਇਕ ਜੀ ਹੈ, ਤਾਮਿਲਨਾਡੂ ਦੇ ਵਿੱਚ DMK ਹੈ, ਸ਼ਰਦ ਪਵਾਰ ਜੀ ਨੇ, ਮੁਲਾਇਮ ਸਿੰਘ ਨੇ, ਇਹਨਾਂ ਲੋਕਲ ਪਾਰਟੀਆਂ ਨਾਲ ਗੱਲ ਕਰਾਂਗੇ। ਜਟਾਲੇ ਆ, ਇਹਨਾਂ ਨਾਲ ਗੱਲ ਕਰਕੇ ਸਟੇਟਾਂ ਨੂੰ ਵੱਧ ਅਧਿਕਾਰਾਂ ਦੀ ਗੱਲ ਅਸੀਂ ਹੁਣ ਆਉਣ ਵਾਲੇ ਸਮੇਂ ਚਲਾਵਾਂਗੇ। ਸਟੇਟਾਂ ਪਾਵਰਫੁਲ ਹੋਣੀਆਂ ਚਾਹੀਦੀਆਂ। ਦੁਨੀਆ ਦੇ ਵਿੱਚ ਉੱਥੇ ਤਰੱਕੀ ਹੋਈ ਹੈ, ਚਾਹੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਜਿੱਥੇ ਸੂਬਿਆਂ ਨੂੰ ਵੱਧ ਅਧਿਕਾਰ ਆ, ਸੂਬਿਆਂ ਕੋਲੇ ਪਾਵਰਾਂ ਨੇ, ਉੱਥੇ ਤਰੱਕੀ ਹੋਈ ਹੈ। ਜਿੱਥੇ ਸੂਬਿਆਂ ਕੋਲੇ ਨਹੀਂ ਪਾਵਰਾਂ, ਉੱਥੇ ਕਿਤੇ ਵੀ ਤਰੱਕੀ ਨਹੀਂ ਹੋਈ। ਆਪਣੇ ਮੁਲਕ ਦੀ ਵੀ ਤਰੱਕੀ ਨਾ ਹੋਣ ਦਾ ਜ਼ਿਆਦਾ ਕਾਰਨ ਥੱਲੇ ਇਹੀ ਹੈ ਕਿ ਸਮਾਜਵਾਦੀ ਪਾਰਟੀ ਦੇ ਨਾਲ ਤੁਸੀਂ ਸਾਂਝ ਵਧਾਓਗੇ ਤੇ ਫਿਰ ਬਸਪਾ ਦੇ ਸਿੱਧੀ ਉੱਥੇ ਤਾਂ ਉਹਨਾਂ ਦਾ ਬਹੁਤ ਜ਼ਿਆਦਾ 36 ਦਾ ਅੰਕੜਾ। ਬਸਪਾ ਵੀ ਹਲੇ ਯੂਪੀ ਦੀ ਪਾਰਟੀ ਹੈ ਨਾ ਜ਼ਿਆਦਾ, ਤਾਂ ਇੱਥੇ ਪੰਜਾਬ 'ਚ ਸਾਡੇ ਨਾਲ ਕੇ ਆ ਜਾਊਗੀ। ਅਸੀਂ ਯੂਪੀ 'ਚ ਬਸਪਾ ਨਹੀਂ ਚੱਲਾਂਗੇ। ਜਿਹੜੀ ਲਾਈਨਸ ਹੁਣ ਉੱਥੇ ਪੱਕਾ ਇਹ ਸਟੇਟ ਦਾ ਨਹੀਂ ਹੈਗਾ, ਨੈਸ਼ਨਲ ਲੈਵਲ ਦਾ ਲਾਈਨਸ ਆ। ਉੱਥੇ ਵੀ ਵੇਖੋ, ਜਦੋਂ ਇੱਥੇ ਅਸੀਂ ਕੀਤਾ, ਉੱਥੇ ਉਹਨਾਂ ਦੀ ਮੁਖਾਲਫਤ ਥੋੜ੍ਹਾ ਕਰਾਂਗੇ। ਇਹ ਤਾਂ ਕਦੇ ਵੀ ਨਹੀਂ ਹੋ ਸਕਦਾ। ਮੁਲਾਇਮ ਨਾਲ ਸਾਡੀ ਕੋਈ ਵੋਟਾਂ ਦੀ ਸਾਂਝ ਤਾਂ ਹੈ ਨਹੀਂ। ਸੂਬਿਆਂ ਨੂੰ ਵੱਧ ਅਧਿਕਾਰਾਂ ਦੀ, ਚਾਹੇ ਕੋਈ ਜਿੰਨੀਆਂ ਵੀ ਪਾਰਟੀਆਂ ਸਟੇਟਾਂ ਦੀਆਂ, ਚਾਹੇ ਕੋਈ ਵੀ ਆ, ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਾਂਗੇ। ਸੂਬਿਆਂ ਦੇ ਮਾਇਆਵਤੀ ਕਿਹੜਾ ਕਹੂਗੀ ਵੀ ਯੂਪੀ ਨੂੰ ਨਾ ਮਿਲਣ ਵੱਧ ਅਧਿਕਾਰ? ਮਾਇਆਵਤੀ ਤਾਂ ਆਪ ਚਾਹੁੰਦੀ ਵੀ ਯੂਪੀ ਨੂੰ ਵੱਧ ਅਧਿਕਾਰ ਮਿਲਣ। ਉਹ ਕਿਹੜਾ ਇਸ ਗੱਲ ਤੋਂ ਮੁਨਕਰ ਹੋਏਗੀ? ਅਕਾਲੀ ਦਲ ਉੱਥੇ ਜਾ ਕੇ ਲਾਈਨਸ ਜਦ ਰਹੇਗਾ, ਉੱਥੇ ਸੀਟਾਂ ਵੀ ਲੜੇਗਾ, ਚੋਣ ਵੀ ਲੜੇਗਾ। ਜਿੱਥੇ ਤੁਸੀਂ ਰਾਮੂ ਵਾਲੀਆਂ ਨੂੰ ਤਿਆਰ ਕਰਕੇ ਭੇਜੇ, ਬਾਅਦ ਉਧਰ ਪੰਗਾ ਪੈ ਗਿਆ। ਇਹ ਵੀ ਉਹ ਜਾ ਕੇ ਉਧਰ ਹੀ ਰਲ ਗਿਆ। ਵੇਖੋ, ਯੂਪੀ 'ਚ 50 ਸੀਟਾਂ ਹੈਗੀਆਂ, ਜਿੱਥੇ ਸਿੱਖ ਵੋਟ ਕਹਿ ਲਓ ਜਾਂ ਪੰਜਾਬੀ ਕਹਿ ਲਓ, 5000 ਤੋਂ ਲੈ ਕੇ 40-50 ਤਾਈਂ ਵੋਟ ਹੈਗੀ। ਕਈ ਥਾਈਂ ਤਾਂ ਜਿੱਤ ਹਾਰ ਨੂੰ ਬਦਲ ਸਕਦੇ ਆ। ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਵੱਡੇ ਇਕੱਠ ਕਰਾ ਕੇ 25-4 ਥਾਈਂ ਤੇ ਉਧਰ ਦੀ ਸਪੋਰਟ ਦਾ ਉਹਨਾਂ ਨੂੰ ਗੱਲ ਕਰੀਏ। ਇਵੇਂ ਉਤਰਾਂਚਲ ਹੈ ਜਿਹੜਾ, ਉੱਥੇ ਕਾਫੀ ਜ਼ਿਆਦਾ ਹੈ। ਉੱਥੇ ਉਤਰਾਈ ਦਾ ਇਲਾਕਾ ਸਾਰਾ ਹੀ ਆਪਣਾ ਭਰਿਆ ਪੰਜਾਬੀਆਂ ਦਾ। ਸੋ ਅਸੀਂ ਉੱਥੇ ਵੀ ਸਪੋਰਟ ਮਾਇਆਵਤੀ ਦੀ ਕਰਾਂਗੇ। ਸੀਟ ਕਰਨੀ ਹੈਗੀ, ਸੀਟਾਂ ਵੀ ਲੜਨੀਆਂ। ਨਹੀਂ, ਸੀਟ ਅਸੀਂ ਕੋਈ ਲਾਲਚ ਨਹੀਂ ਕਰਦੇ ਕਿ ਸਾਨੂੰ ਸੀਟਾਂ ਦਿਓ, ਅਸੀਂ ਤੁਹਾਡੀ ਤਾਂ ਹੀ ਸਪੋਰਟ ਕਰਨੀ ਹੈ। ਜੇ ਉਹਨਾਂ ਨੂੰ ਠੀਕ ਲੱਗੂਗਾ ਸਾਨੂੰ ਸੀਟਾਂ ਦੇ ਦੇਣਗੇ, ਨਹੀਂ ਠੀਕ ਲੱਗੂ ਉਹਨਾਂ ਦੀ ਮਰਜ਼ੀ, ਕੋਈ ਨਹੀਂ। ਸੀਟਾਂ ਦਾ ਕੋਈ ਲਾਲਚ ਨਹੀਂ ਹੈਗਾ ਸਾਨੂੰ।
ਲੱਗਦਾ ਕਿ ਹਜੇ ਵੀ ਕੋਈ ਇਦਾਂ ਦੀ ਸਪੇਸ ਹੈਗੀ ਕਿ ਅਕਾਲੀ ਦਲ ਇੱਕ ਤੇ ਬੀਐਸਪੀ ਨਾਲ ਸਮਝੌਤਾ ਕਰ ਲੇ। ਇੱਕ ਇਹ ਵੀ ਚਰਚਾ ਹੈ ਕਿ ਲੈਫਟ ਦੇ ਨਾਲ ਵੀ ਹੋ ਸਕਦਾ, 3-4 ਸੀਟਾਂ ਲੈਫਟ ਨੂੰ ਵੀ ਦਿੱਤੀਆਂ ਜਾ ਸਕਦੀਆਂ। ਅਸੀਂ ਜਦੋਂ ਤੋਂ ਤੁਹਾਨੂੰ ਮੈਂ ਦੱਸਿਆ ਵੀ ਅਸੀਂ ਸਾਡਾ ਬੀਜੇਪੀ ਨਾਲ ਟੁੱਟ ਗਿਆ ਸੀ, ਅਸੀਂ ਉਸੇ ਵੇਲੇ ਗੱਲਾਂ ਸ਼ੁਰੂ ਕਰ ਲਈਆਂ ਸੀ। ਅਸੀਂ ਟਿਕ ਕੇ ਨਹੀਂ ਸੀ ਬੈਠੇ ਹੋਏ, ਇਹ ਵੀ ਬੜਾ ਸਾਇਲੈਂਟ ਚੱਲ ਰਿਹਾ ਸੀ ਕੰਮ। ਸੋ ਇਹ ਸਿਰੇ ਚੜ ਗਿਆ ਸੀ, ਸਾਡਾ ਮਹੀਨਾ ਹੋ ਗਿਆ। ਕਮਿਊਨਿਸਟ ਪਾਰਟੀਆਂ ਨਾਲ ਵੀ ਸਾਡੀ 2-3 ਮਹੀਨਿਆਂ ਦੀ ਗੱਲ ਚੱਲ ਰਹੀ ਹੈ, ਦੋਨਾਂ ਕਮਿਊਨਿਸਟ ਪਾਰਟੀਆਂ ਨਾਲ, ਸੀਪੀਆਈ ਨਾਲ ਵੀ ਸੀਪੀਐਮ ਨਾਲ ਵੀ। ਉਹ ਵੀ ਬਹੁਤ ਵਧੀਆ ਮਾਹੌਲ 'ਚ ਚੱਲ ਰਹੀ ਹੈ। ਪੰਜਾਬ ਦਾ ਜਿਹੜੇ ਇਹਨਾਂ ਦੇ ਦੋਨੇ ਜੂਟ ਨੇ ਉਹ ਵੀ ਸਾਡੇ ਲਈ ਠੀਕ ਨੇ, ਉਹਨਾਂ ਦੀ ਜਿਹੜਾ ਹੈਗਾ ਝੁਕਾਅ ਸਾਡੇ ਵੱਲ ਹੀ ਹੈ। ਸੈਂਟਰ ਦੇ ਵਿੱਚ ਵੀ ਜਿਹੜੇ ਇਹਨਾਂ ਦੀ ਹਾਈ ਕਮਾਂਡ ਆ ਸਾਡੀ, ਉਹਦੇ ਨਾਲ ਵੀ ਗੱਲ ਹੋ ਚੁੱਕੀ ਹੈ, ਉਹਨਾਂ ਦਾ ਵੀ ਐਟੀਟਿਊਡ ਠੀਕ ਹੈਗਾ। ਉਹਨਾਂ ਨੂੰ ਗਿਲਾ ਬੀਜੇਪੀ ਨਾਲ ਹੀ ਸੀ, ਪਹਿਲਾਂ ਉਹ ਸਾਡੇ ਨਾਲ ਤਾਂ ਹੀ ਨਹੀਂ ਗੱਲ ਕਰਦੇ ਸੀ। ਉਹ ਕਹਿੰਦੇ ਬੀਜੇਪੀ ਨਾਲ ਤੁਸੀਂ ਰਲੇ ਸੀ, ਅਸੀਂ ਨਹੀਂ ਸੀ ਟੁੱਟਣਾ। ਸਾਡਾ ਕਮਿਊਨਿਸਟਾਂ ਨਾਲ ਰਿਹਾ ਪਹਿਲਾਂ 67 ਤੋਂ ਲੈ ਕੇ 80 ਤਾਈਂ ਰਿਹਾ ਸਾਡਾ ਸਮਝੌਤਾ ਸੀਪੀਆਈ ਕਮਿਊਨਿਸਟ ਪਾਰਟੀਆਂ ਨਾਲ। ਵਜ਼ੀਰ ਵੀ ਰਹੇ ਆ ਸਾਡੇ ਨਾਲ 67 ਦੇ ਵਿੱਚ। ਸੋ ਉਹਨਾਂ ਨਾਲ ਵੀ ਸਾਡੇ ਕੋਈ ਮਤਭੇਦ ਨਹੀਂ, ਵਧੀਆ। ਅਸੀਂ ਉਹਨਾਂ ਨਾਲ ਵੀ ਗੱਲ ਕਰ ਲਈ ਸੀ, ਬਹੁਜਨ ਨਾਲ ਵੀ ਗੱਲ ਕਰ ਲਈ ਸੀ ਅਸੀਂ ਵੀ ਕਮਿਊਨਿਸਟਾਂ ਨਾਲ ਕਰਕੇ ਤੁਹਾਨੂੰ ਕੋਈ ਇਤਰਾਜ਼ ਉਹਦੇ ਨਹੀਂ, ਸਾਨੂੰ ਕਮਿਊਨਿਸਟਾਂ ਨੂੰ ਕੋਈ ਇਤਰਾਜ਼ ਨਹੀਂ। ਜੇ ਕਮਿਊਨਿਸਟਾਂ ਨੂੰ ਪੁੱਛ ਲਿਆ ਵੀ ਤੁਹਾਨੂੰ ਕੋਈ ਬਹੁਜਨ ਨਾਲ ਇਤਰਾਜ਼ ਹੋ, ਕਹਿੰਦੇ ਬਹੁਜਨ ਨਾਲ ਸਾਨੂੰ ਕੋਈ ਇਤਰਾਜ਼ ਨਹੀਂ, ਆਪ ਨਾਲ ਨਹੀਂ ਕਰਨਾ ਤੁਸੀਂ ਤੇ ਬੀਜੇਪੀ ਨਾਲ ਨਹੀਂ ਕਰਨਾ, ਤੇ ਬਾਕੀ ਸਾਨੂੰ ਕੋਈ ਇਤਰਾਜ਼ ਨਹੀਂ ਉਹਨਾਂ ਨੂੰ। ਜਿਹੜੀ ਤੁਸੀਂ ਕਹਿ ਰਹੇ ਕਿ ਸਟੇਟਾਂ ਦੀ ਪਾਰਟੀ ਨੂੰ ਵੱਧ ਅਧਿਕਾਰ ਦੇਣੇ ਚਾਹੀਦੇ ਹੈਗੇ, ਇਹ ਜਿਹੜੀ ਪਾਰਟੀਆਂ ਸੂਬਾਈ ਪਾਰਟੀਆਂ ਹੈਗੇ ਨੇ, ਜਿਹੜੇ ਤੁਸੀਂ ਸ਼ਰਦ ਯਾਦਵ ਜਾਂ ਮਮਤਾ ਬੈਨਰਜੀ ਜਾਂ ਮਾਇਆਵਤੀ ਹੋ ਗਈ, ਯਾਦਵ ਹੋ ਗਏ, ਚਟਾਲੇ ਹੋ ਗਏ, ਇਹ ਇਦਾਂ ਦਾ ਕੋਈ ਥਰਡ ਫਰੰਟ ਵੀ ਆਉਣ ਵਾਲੇ ਸਮੇਂ 'ਚ ਬਣਾਇਆ ਜਾ ਸਕਦਾ, ਜਿਸ ਤਰ੍ਹਾਂ ਤੁਸੀਂ ਕੋਸ਼ਿਸ਼ ਕਰ ਰਹੇ ਕਿ ਉਹ ਫਰੰਟ ਕਾਂਗਰਸ ਨੂੰ ਵੀ ਟੱਕਰ ਦੇਵੇ, ਬੀਜੇਪੀ ਨੂੰ ਵੀ ਟੱਕਰ ਦੇਵੇ? ਫਰੰਟ ਬਣਾਉਣ ਨੂੰ ਤਾਂ ਸਾਰੇ ਤਿਆਰ ਨੇ। ਫਰੰਟ ਤਾਂ ਬਣਾਉਣ ਦੋ ਤਰ੍ਹਾਂ ਦੀ ਗੱਲ ਹੋ ਸਕਦੀ ਹੈ। ਕੁਝ ਬੰਦੇ ਉੱਥੇ ਕਾਂਗਰਸ ਨਾਲ ਜੁੜੇ ਹੋਏ ਨੇ, ਜਿਵੇਂ ਸ਼ਰਦ ਪਵਾਰ ਹੋਰੀ, ਉਹਨਾਂ ਦੀ ਕਾਂਗਰਸ ਨਾਲ ਸਾਂਝ ਹੈਗੀ ਹੈ। ਇਹ ਮੁਲਾਇਮ ਹੋਰੀ ਚਾਹੁੰਦੇ ਨੇ ਕਿ ਅੱਡ ਹੋ ਜਾਏ, ਜਾਂ ਨਾ ਪਟਨਾਇਕ ਆ ਉਹਦਾ ਕਿਸੇ ਦਾ ਨਹੀਂ, ਮਮਤਾ ਬੈਨਰਜੀ ਦਾ ਕੋਈ ਬਹੁਤਾ ਨਹੀਂ ਹੈਗਾ, ਡੀਐਮਕੇ ਵਾਲਿਆਂ ਦਾ ਕਾਂਗਰਸ ਨਾਲ ਸਮਝੌਤਾ। ਉੱਥੇ ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈ। ਇੱਕ ਤਾਂ ਹੁੰਦੀ ਹੈ ਵੀ ਕਾਂਗਰਸ ਨਾਲ ਰਲ ਕੇ ਫਰੰਟ ਬਣਾਓ, ਉਹ ਤਾਂ ਹੈਗਾ ਬੀਜੇਪੀ ਵਿਰੋਧੀ ਫਰੰਟ। ਉਹੋ ਜਿਹੇ ਵਿੱਚ ਤਾਂ ਕੋਈ ਸ਼ਾਇਦ ਅਸੀਂ ਬਹੁਤਾ ਕੁਝ ਨਾ ਕਰੀਏ। ਸੂਬਿਆਂ ਨੂੰ ਵੱਧ ਅਧਿਕਾਰ ਦੇਣ ਵਾਲੀ ਜਿਹੜੀ ਗੱਲ ਚੱਲੂਗੀ, ਜਿੱਥੇ ਸੂਬਿਆਂ ਦਾ ਰੋਲ ਹੈਗਾ, ਉੱਥੇ ਅਸੀਂ ਇਕੱਠੇ ਹੋਣ ਦੀ ਸਾਰੇ ਕੋਸ਼ਿਸ਼ ਕਰਾਂਗੇ। ਜਿਹੜੀਆਂ ਸਾਰੀਆਂ ਪਾਰਟੀਆਂ ਉਹਦੇ 'ਚ ਲੈ ਕੇ ਉਹਨਾਂ ਦੇ ਨਾਲ ਅਸੀਂ ਸ਼ਰਦ ਪਵਾਰ ਨੂੰ ਬੇਨਤੀ ਕੀਤੀ ਸੀ ਵੀ ਤੂੰ ਅਗਵਾਈ ਕਰ, ਸਾਰੇ ਜਿਹੜਾ ਇਹ ਦੂਜੀਆਂ ਪਾਰਟੀਆਂ ਪੁੱਛਣ ਦੀਆਂ, ਇਹਨਾਂ ਦੀ ਅਗਵਾਈ ਤੂੰ ਕਰ। ਉਹਨੇ ਸੀਗਾ ਉਸ ਵੇਲੇ ਕਿਹਾ ਸੀ ਬਾਲ ਸਾਹਿਬ ਨੂੰ, ਸੀਗਾ ਜੀ ਬਾਲ ਸਾਹਿਬ ਦੀ ਹੁਣ ਸਿਹਤ ਨਹੀਂ ਹੈਗੀ, ਤੁਸੀਂ ਕਰੋ। ਫਿਰ ਉਹ ਕਹਿੰਦੇ ਸੀ ਆਪਾਂ ਵਿਚਾਰ ਲਾਂਗੇ, ਕੋਈ ਇਹੋ ਜਿਹੀ ਗੱਲ ਨਹੀਂ। ਸੋ ਹੁਣ ਨੇੜੇ ਆ ਕੇ ਗੱਲ ਦੀ ਚਲਾਵਾਂਗੇ ਦੁਬਾਰਾ, ਫਿਰ ਗੱਲ ਇੱਕ ਯੂਪੀਏ, ਇੱਕ ਐਨਡੀਏ, ਇੱਕ ਇਦਾਂ ਦਾ ਹੋਰ ਅਲਾਈਅੰਸ ਦੀ ਸੰਭਾਵਨਾ। ਸਟੇਟਾਂ ਨੂੰ ਵੱਧ ਅਧਿਕਾਰ ਵਾਲਾ, ਜਿੱਥੇ ਸਟੇਟਾਂ ਨੂੰ ਨਾ ਡਮੀ ਕੀਤਾ ਜਾਵੇ, ਕਿਉਂਕਿ ਜਵਾਬ ਦੇ ਤਾਂ ਸਟੇਟਾਂ ਨੇ, ਲੋਕਾਂ ਨੂੰ ਨੇੜੇ ਤਾਂ ਸਟੇਟਾਂ ਨੇ, ਤੇ ਸਟੇਟਾਂ ਦੀ ਸੰਘੀ ਇਹ ਰੋਜ਼ ਦਿਨੋਂ ਦਿਨ ਘੁੱਟੀ ਜਾਂਦੇ ਨੇ। ਸਟੇਟਾਂ ਤੋਂ ਦਿਨੋਂ ਦਿਨ ਪਾਵਰ ਖੋਹ ਕੇ ਆਪਦੇ ਹੱਥ 'ਚ ਲਈ ਜਾਂਦੇ। ਜਿਵੇਂ ਹੁਣ ਬਿਜਲੀ ਐਕਟ ਹੈ ਜੋ ਪਾਸ ਹੋ ਜਾਂਦਾ, ਬਹੁਤ ਖਤਰਨਾਕ ਆ ਉਹ ਬਿਜਲੀ ਐਕਟ ਹੈ ਜਿਹੜਾ ਹੈਗਾ। ਸੋ ਉਹਦੇ ਤੇ ਸਾਰੇ ਸੂਬੇ ਲੜਨ ਨੂੰ ਤਿਆਰ ਆ। ਉਹਦੇ 'ਚ ਤਾਂ ਕਈ ਬੀਜੇਪੀ ਦੀਆਂ ਸਟੇਟਾਂ ਵੀ ਔਖੀਆਂ ਨੇ ਵੀ ਇਹ ਗਲਤ ਹੈ ਸਾਰਾ। ਸੋ ਸੈਂਟਰ ਪਤਾ ਨਹੀਂ ਕਿਉਂ ਹਰ ਚੀਜ਼ ਨੂੰ ਜੱਫਾ ਹੀ ਮਾਰੀ ਜਾਂਦਾ, ਜੱਫਾ ਹੀ ਮਾਰੀ ਜਾਂਦਾ। ਫਿਰ ਸੂਬੇ ਤੋੜ ਹੀ ਦੇਵੇ, ਫਿਰ ਆਪਦੇ ਕੋਲ ਸਾਰਾ ਇੱਕੋ ਹੀ ਬਣਾ ਲੈਣ। ਫਿਰ ਜੇ ਉਹਨਾਂ ਨੂੰ ਬਹੁਤਾ ਲੱਗਦਾ ਵੀ ਅਸੀਂ ਜ਼ਿਆਦਾ ਸਿਆਣੇ ਆ, ਬਾਕੀ ਲੋਕ ਨਹੀਂ ਸਿਆਣੇ। ਸੋ ਸੈਂਟਰ 'ਚ ਪਹਿਲਾਂ ਕਾਂਗਰਸ ਨੇ ਵੀ ਐਵੇਂ ਕੀਤਾ, ਹੁਣ ਬੀਜੇਪੀ ਵੀ ਉਸੇ ਰਾਹ ਤੇ ਆ। ਹੋਰ ਗੱਲ ਹੈ ਕਿ ਬੀਜੇਪੀ ਨਾਲ ਤੁਹਾਡਾ 23 ਸੀਟਾਂ ਤੇ ਸਮਝੌਤਾ, ਇਹ ਬਸਪਾ ਵਾਲੇ 20 ਤੇ ਹੀ ਮੰਨ ਗਏ ਹੈਗੇ। 96 ਤੋਂ ਬਾਅਦ ਕਹਿੰਦੇ ਇਸ ਕਰਕੇ ਟੁੱਟੇਗੀ, ਉਦੋਂ ਵੀ ਬਸਪਾ ਬਹੁਤ ਸੀਟਾਂ ਮੰਗਦੀ ਸੀ। ਇਹ ਕੀ ਚੱਕਰ? 96 ਦੇ ਵਿੱਚ ਨਾ ਇਹਨਾਂ ਨੇ ਜਦੋਂ ਸੀਟਾਂ ਲੜੀਆਂ ਸੀਗੀਆਂ, ਉਦੋਂ ਸਾਰੀਆਂ ਜਿੱਤਣੀ ਕਰਕੇ ਨਾ ਹੌਸਲੇ 'ਚ ਹੋ ਗਏ ਸੀ ਥੋੜੇ ਜਿਹੇ। ਇਹ ਗੱਲ ਬਿਲਕੁਲ ਠੀਕ ਹੈ ਕਿ ਉਸ ਵੇਲੇ ਅਸੀਂ ਇਹਨਾਂ ਨੂੰ 30 ਸੀਟਾਂ ਦੇਣ ਨੂੰ ਤਾਂ ਤਿਆਰ ਸੀਗੇ। ਉਸ ਵੇਲੇ 28-30 ਅਸੀਂ ਕਿਹਾ ਵੀ 9 ਸੀਟਾਂ ਹੁੰਦੀਆਂ ਨੇ ਇੱਕ ਪਾਰਲੀਮੈਂਟ, ਤੁਸੀਂ 3 ਜਿੱਤੇ, 27 ਲੈ ਲਓ। ਪਰ ਉਹ ਇਸ ਵੇਲੇ ਅੱਧੋ ਅੱਧੀ ਤੇ ਖੜ ਗਏ ਜਾ ਕੇ ਵੀ 49-51 ਕਰ ਲਓ ਜਾਂ ਅੱਧੋ ਅੱਧੀ ਕਰ ਲਓ। ਫਿਰ ਤਾਂ ਸਾਡਾ ਸਮਝੌਤਾ ਟੁੱਟਿਆ ਸੀਗਾ। ਹੁਣ ਉਹ ਵੀ ਨਹੀਂ ਕੋਈ ਲਾਲਚ ਕਰਦੇ, ਸਿਆਣਪ ਨਹੀਂ ਚੱਲਦੇ ਨੇ। ਅਸੀਂ ਵੀ ਸੋਚਦੇ ਕਿ ਨਾਲ ਲੈ ਕੇ ਚੱਲਣ 'ਚ ਬਹੁਤ ਵੱਡਾ ਫਾਇਦਾ, ਕਿਉਂਕਿ ਦਲਿਤ ਵੋਟ ਆ ਜਿਹੜੀ ਇਸ ਵੇਲੇ 34% ਹੈ ਪੰਜਾਬ 'ਚ, ਕਈ ਸੀਟਾਂ ਤੇ 50-50% ਹੈ। ਉਹ ਦਲਿਤ ਇਸ ਵੇਲੇ ਪਿੰਡਾਂ ਦਾ ਸਾਡੇ ਨਾਲ ਬਹੁਤ ਜੁੜਿਆ ਹੋਇਆ, ਕਿਉਂਕਿ ਜਿੰਨੀਆਂ ਸਕੀਮਾਂ ਉਹਨਾਂ ਦੀਆਂ ਕੀਤੀਆਂ ਸੀ ਉਹ ਸਾਰੀਆਂ ਬਾਦਲ ਸਾਹਿਬ ਨੇ ਕੀਤੀਆਂ ਸੀ, ਤੇ ਜਾਂ ਦਲਿਤ ਜੁੜਿਆ ਹੋਇਆ ਬੀਐਸਪੀ ਨਾਲ। ਸੋ ਇਹ ਦੋ ਜੇ ਇਕੱਠਾ ਹੋ ਗਿਆ, 34% ਵੋਟ, ਵੇਖੋ ਕਿੱਡਾ ਵੱਡਾ ਵੋਟ ਬੈਂਕ ਹੈ। ਤੇ 38 ਨਾਲ ਤਾਂ ਸਰਕਾਰ ਬਣ ਜਾਂਦੀ ਹੈ, 34 ਇਹੀ ਵੋਟ ਹੈ। 34 'ਚ ਚਲੋ 4% ਛੱਡ ਵੀ ਦਿਓ, 30 ਲਾ ਲਓ, ਇਹ ਤਾਂ ਰੋਕ ਹੀ ਨਹੀਂ ਸਕਦਾ ਕੋਈ ਸਰਕਾਰ ਬਣਨ ਤੋਂ, ਜਿਸ ਹਿਸਾਬ ਨਾਲ ਕੈਲਕੂਲੇਟ ਹੈ ਸਾਡੀ। ਪੰਜਾਬ 'ਚ ਜਾਂ ਬੀਜੇਪੀ ਇੱਕ ਨੈਸ਼ਨਲ ਪਾਰਟੀ, ਉਹਦਾ ਜਿਹੜਾ ਕਾਡਰ ਆ ਉਹ ਬੜਾ ਪੱਕਾ ਕਮਿਟਡ ਕਾਡਰ ਆ। ਬੀਐਸਪੀ ਦਾ ਜਿਹੜਾ ਪੰਜਾਬ 'ਚ ਵੋਟ ਪਰਸੈਂਟ ਠੀਕ ਹੈ, ਇਹਨਾਂ ਦੀ 34% ਦੀ ਆਬਾਦੀ ਹੈਗੀ ਆ, ਪਰ ਕਾਡਰ ਪੱਕਾ ਨਹੀਂ ਹੈਗਾ। ਕੁਝ ਕਾਡਰ ਕਾਂਗਰਸ ਨਾਲ, ਕੁਝ ਕਾਡਰ ਆਪ ਨਾਲ, ਕੁਝ ਕਾਡਰ ਕਾਂਗਰਸ ਦੇ ਨਾਲ ਆ। ਇਹ ਉਹ ਤੇ ਫਰਕ ਨਹੀਂ ਪੈਂਦਾ। ਕਾਂਗਰਸ ਨਾਲ ਦਲਿਤ ਵੋਟ ਬਹੁਤ ਘੱਟ ਹੈ, ਆਪ ਨਾਲ ਹੀ ਬਹੁਤ ਘੱਟ ਹੈ। ਇਹ ਐ ਹੁੰਦਾ ਸਿੱਧੂ ਸਾਹਿਬ ਜਾਂ ਭੁੱਲਰ ਸਾਹਿਬ, ਜਦੋਂ ਨਾ ਪਤਾ ਕੀ ਹੈ, ਇਹ ਜੋ ਕਮਿਊਨਿਸਟ ਪਾਰਟੀਆਂ ਨੇ ਜਾਂ ਇਹ ਆਪਣੇ ਬੀਐਸਪੀ ਹੈ ਜਾਂ ਕੋਈ ਹੋਰ ਛੋਟੀਆਂ ਪਾਰਟੀਆਂ ਨੇ, ਉਹਨਾਂ ਨੂੰ ਜਦੋਂ ਕੋਈ ਦਿਸਦਾ ਨਹੀਂ ਲੋਕਾਂ ਨੂੰ ਵੇਖੋ ਪਤਾ ਤਾਂ ਹੁੰਦਾ ਹੀ ਹੈ ਵੀ ਇਹਨੇ ਜਿੱਤਣਾ, ਪਤਾ ਲੱਗ ਜਾਂਦਾ ਲੋਕਾਂ ਨੂੰ ਹਵਾ ਵੇਖ ਕੇ ਸਾਰਾ ਸਿਆਣੇ।
ਉਹਨਾਂ ਨੂੰ ਜਦੋਂ ਹੁੰਦਾ ਵੀ ਬਹੁਜਨ ਸਮਾਜ ਪਾਰਟੀ ਨੇ ਸਰਕਾਰ ਤਾਂ ਬਣਨੀ ਨਹੀਂ, ਜਿੱਤਣਾ ਤਾਂ ਇਹਨਾਂ ਨੇ ਹੈ ਨਹੀਂ, ਕਮਿਊਨਿਸਟ ਪਾਰਟੀ ਵੀ ਇਹਨਾਂ ਨੇ ਜਿੱਤਣਾ ਤਾਂ ਹੈ ਨਹੀਂ, ਉਹ ਫਿਰ ਜਿਹੜੇ ਥੱਲੇ ਵਾਲਾ ਕਾਡਰ, ਆਮ ਕਾਡਰ ਹੁੰਦਾ, ਇੱਕ ਤਾਂ ਹੁੰਦਾ ਪੱਕਾ ਕਾਡਰ, ਉਹ ਤਾਂ ਪਾਉਂਦਾ ਹੀ ਹੈ ਵੋਟ, ਇੱਕ ਆਮ ਕਾਡਰ ਦੂਜੇ ਪਾਸੇ ਚਲਾ ਜਾਂਦਾ, ਹਮਦਰਦੀ ਭਾਵੇਂ ਉਹਨਾਂ ਦੀ ਬਹੁਜਨ ਸਮਾਜ ਪਾਰਟੀ ਨਹੀਂ ਹੋਵੇ ਪਰ ਉਹ ਚਲਿਆ ਜਾਂਦਾ ਦੂਜੇ ਪਾਸੇ। ਹੁਣ ਜਦੋਂ ਤੁਸੀਂ ਵੇਖੋਗੇ ਥੋੜੇ ਦਿਨਾਂ 'ਚ, ਤੁਸੀਂ ਵੇਖਿਓ ਸਰਵਾ ਕਰਕੇ ਕਦੇ ਪਿੰਡਾਂ 'ਚ, ਹੁਣ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਬਹੁਜਨ ਸਮਾਜ ਪਾਰਟੀ ਅਕਾਲੀ ਦਲ ਨਾਲ ਰਲ ਕੇ ਸੱਤਾ 'ਚ ਆਊਗੀ ਤੇ ਸੱਤਾ 'ਚ ਹਿੱਸੇਦਾਰ ਵੀ ਬਣ ਸਕਦੀ ਹੈ ਬਹੁਜਨ ਸਮਾਜ ਪਾਰਟੀ ਜਦੋਂ ਐਮਐਲਏ ਜਿੱਤਣਗੇ ਉਹਨਾਂ ਦੇ, ਤੇ ਤੁਸੀਂ ਵੇਖੋ ਵੀ ਹੋਰ ਕਾਡਰ ਕਿੰਨਾ ਇਹਨਾਂ ਨਾਲ ਜੁੜਦਾ। ਜੇ ਆਉਣ ਵਾਲੀ ਵੋਟ ਪਰਸੈਂਟੇਜ ਹੋਏਗੀ ਨਾ ਇਹਦੀ ਬਹੁਜਨ ਸਮਾਜ ਪਾਰਟੀ ਦੀ, ਉਹ 6-7% ਤੇ ਚਲੀ ਜਾਏਗੀ। ਤੁਸੀਂ ਵੇਖ ਲਓ ਜੇ 6-7% ਹੋਏ ਤੇ ਤੁਹਾਡੀ ਦੋਨੇ ਰਲ ਕੇ ਤੁਹਾਨੂੰ ਲੱਗਦਾ ਕਿ 34% ਬਣ ਜਾਓਗੇ? ਅਸੀਂ 40 ਤੇ ਜਾਵਾਂਗੇ। ਵੇਖੋ ਸਾਨੂੰ 31% ਤਾਂ ਉਦੋਂ ਪਈ ਸੀਗੀ ਜਦੋਂ 17 ਚ, ਜਦੋਂ ਸਾਨੂੰ 18 ਸੀਟਾਂ ਆਈਆਂ ਸੀ, ਤੇ ਫਿਰ ਜਦੋਂ ਪਾਰਲੀਮੈਂਟ ਚ ਸਾਨੂੰ ਸੀਟਾਂ ਤਾਂ ਭਾਵੇਂ 4 ਹੀ ਆਈਆਂ ਤੇ ਵੋਟ ਪਰਸੈਂਟ ਸਾਡੀ 37 ਤੇ ਜਾਵੜੇ ਸੀ। ਅਸੀਂ 37% ਪਈ ਸੀ ਸਾਨੂੰ ਪਾਰਲੀਮੈਂਟ ਦੇ ਵਿੱਚ ਵੋਟਾਂ। ਤਾਂ ਕਾਂਗਰਸ ਨੂੰ 40 ਸੀ, ਸਾਨੂੰ 37 ਸੀ, 38 ਸੀ, ਬਲਕਿ 37 ਨਹੀਂ 38 ਸੀ, ਤੇ ਆਮ ਆਦਮੀ ਪਾਰਟੀ ਨੂੰ 4% ਹੀ ਰਹਿ ਗਈ ਸੀ। ਹੁਣ ਜਿਸ ਤਰ੍ਹਾਂ ਬੀਜੇਪੀ ਨੇ ਕਿਹਾ ਕਿ ਸਾਡੀ ਸਰਕਾਰ ਬਣ ਗਈ ਤੇ ਅਸੀਂ ਦਲਿਤ ਨੂੰ ਸੀਐਮ ਲਾਓਗੇ, ਸੁਖਬੀਰ ਬਾਦਲ ਪਹਿਲਾਂ ਡਿਪਟੀ ਸੀਐਮ ਦੀ ਅਨਾਉਂਸਮੈਂਟ ਕਰ ਰਹੀ ਹੈ, ਇਹਦੇ ਨਾਲ ਫਾਇਦਾ ਹੋਵੇਗਾ ਜੀ? ਦੇਖੋ ਬੀਜੇਪੀ ਨੂੰ ਬਿਲਕੁਲ ਪਤਾ ਹੈ ਕਿ ਸਾਡੀ ਸਰਕਾਰ ਨਹੀਂ ਬਣਨੀ, ਤੁਹਾਨੂੰ ਵੀ ਪਤਾ, ਸਾਨੂੰ ਵੀ ਪਤਾ, ਸਾਰਿਆਂ ਨੂੰ ਪਤਾ ਵੀ ਬਣਨੀ ਨਹੀਂ, ਤੇ ਜਦੋਂ ਬਣਨੀ ਨਹੀਂ ਫਿਰ ਜੋ ਮਰਜ਼ੀ ਕਹਿ ਦੇਣ, ਫਿਰ ਕੀ ਫਰਕ ਪੈਂਦਾ ਉਹਨਾਂ ਨੂੰ? ਭਾਵੇਂ ਕਹਿ ਦੇਣ, ਭਾਵੇਂ ਇਹੀ ਕਹਿ ਦੇਣ ਵੀ 17 ਦੇ 17 ਵਜੇਰੀ ਅਸੀਂ ਦਲਿਤ ਬਣਾਵਾਂਗੇ, ਜਦੋਂ ਬਣਨੀ ਹੀ ਨਹੀਂ। ਜੇ ਇੰਨਾ ਹੀ ਉਹਨਾਂ ਨੂੰ ਹਮਦਰਦੀ ਹੈ ਦਲਿਤ ਸੀਮਿੰਟ ਨਾਲ, ਤੇ ਹਰਿਆਣੇ 'ਚ ਬਣਾ ਦੇਣ, ਉਹਨਾਂ ਦੀ ਸਰਕਾਰ ਮੱਧ ਪ੍ਰਦੇਸ਼ 'ਚ ਉੱਥੇ ਬਣਾ ਦੇਣ, ਯੂਪੀ 'ਚ ਉੱਥੇ ਬਣਾ ਦੇਣ, ਹਿਮਾਚਲ 'ਚ ਉੱਥੇ ਬਣਾ ਦੇਣ, ਪਰ ਇਹ ਗੁਜਰਾਤ 'ਚ ਉੱਥੇ ਬਣਾ ਦੇਣ। ਉੱਥੇ ਕਿਉਂ ਨਹੀਂ ਬਣਾਉਂਦੇ? ਉਹਨਾਂ ਨੂੰ ਪਤਾ ਵੀ ਪੰਜਾਬ 'ਚ ਬਣਨੀ ਹੀ ਨਹੀਂ। ਉਹ ਤਾਂ ਆਪਦੀ ਜ਼ਮਾਨਤਾਂ ਬਚਾਉਣ ਦੀ ਗੱਲ ਕਰਦੇ ਵੀ ਜ਼ਮਾਨਤਾਂ ਨਾਲ ਜ਼ਬਤ ਹੋ ਜਾਣ, ਵੀ ਥੋੜੀ ਬਹੁਤੀ ਸ਼ਾਇਦ ਇਸ ਗੱਲ ਨਾਲ ਵੋਟ ਪੈ ਜੇ। ਬਿਲਕੁਲ ਨਹੀਂ ਪਏਗੀ। ਉਹ ਤਾਂ ਪਤਾ ਹੈ ਉਹਨਾਂ ਨੂੰ, ਜੋ ਕੁਝ ਵੀ ਕਹਿ ਦੇਣ, ਜਦੋਂ ਕੋਈ ਚੀਜ਼ ਹੱਥ 'ਚ ਨਹੀਂ ਆਉਣੀ ਫਿਰ ਆਪੇ ਹੀ ਕੁਝ ਵੀ ਕਹੀ ਜਾਣ। ਜਦੋਂ ਉਹਨਾਂ ਦਾ ਰਾਜ ਭਾਗ ਤਾਂ ਨੇੜੇ ਤੇੜੇ ਵੀ ਹੈ ਨਹੀਂ ਰਾਜ ਭਾਗ ਦੇ। ਉਹ ਜਿਹੜਾ ਗੱਠਜੋੜ ਹੋਇਆ, ਇਹ ਤੁਹਾਨੂੰ ਲੱਗਦਾ ਕਿ ਸਿਆਸਤ ਦੇ ਮਸਲੇ ਦੇ ਵਿੱਚ ਬੀਜੇਪੀ ਦੇ ਮੁਕਾਬਲੇ ਜ਼ਿਆਦਾ ਸੌਦੇ ਵਾਲਾ? ਨਹੀਂ, ਸਮਝਦਾਰੀ ਵਾਲਾ ਬੀਜੇਪੀ ਦੇ ਮੁਕਾਬਲੇ। ਚਲੋ ਬੀਜੇਪੀ ਆਪਣੀ ਥਾਂ ਤੇ ਸੀਗੀ ਜਦੋਂ ਸੀ, ਬੀਜੇਪੀ ਨਾਲ ਤਾਂ ਇੱਕੋ ਹੀ ਸੀਗਾ ਕਿ ਸੈਂਟਰ ਦੇ ਵਿੱਚ ਅਸੀਂ ਸੋਚਦੇ ਸੀ ਉੱਥੋਂ ਕੋਈ ਫੰਡ ਲੈਣੇ, ਕੋਈ ਚੀਜ਼ਾਂ ਪੰਜਾਬ ਨੂੰ ਲੈ ਕੇ ਦੇਣੀਆਂ, ਜਿਹੜੀਆਂ ਕੁਝ ਅਸੀਂ ਲੈ ਕੇ ਦਿੱਤੀਆਂ ਵੀ, ਜਿਵੇਂ ਹਵਾਈ ਅੱਡੇ ਵੀ ਲਿਆਂਦੇ, ਯੂਨੀਵਰਸਿਟੀਆਂ ਲਿਆਂਦੀਆਂ, ਏਮਜ਼ ਵਰਗੇ ਹਸਪਤਾਲ ਲਿਆਂਦੇ, ਹੋਰ ਵੀ ਕਾਫੀ ਕੁਝ ਲਿਆਂਦਾ। ਉਹ ਜਿਹਾ ਹੁੰਦਾ ਹੈ। ਪਰ ਫਿਰ ਜਦੋਂ ਸਟੇਟ ਦੀ ਗੱਲ ਆ ਜੇ, ਫਿਰ ਸਟੇਟ ਦੇ ਨਾਲ ਹੀ ਜਾਣਾ ਪੈਂਦਾ ਹੈ। ਸੋ ਸਮਝੌਤਾ ਮੇਰੀ ਸਮਝ ਦੇ ਮੁਤਾਬਕ, ਤੁਸੀਂ ਯਾਦ ਰੱਖ ਲਓ, ਤੁਹਾਡੇ ਸਾਹਮਣੇ ਰਿਜ਼ਲਟ ਆਉਣਗੇ 22 ਦੇ ਵਿੱਚ, ਸਮਝੌਤਾ ਇਹ ਬੀਜੇਪੀ ਨੂੰ ਜ਼ਿਆਦਾ ਬੈਟਰ ਹੋਏਗਾ, ਜਿਹੜਾ ਬਹੁਜਨ ਸਮਾਜ ਪਾਰਟੀ ਵਾਲਾ। ਜੇ ਕਿਤੇ ਕਮਿਊਨਿਸਟ ਵੀ ਨਾਲ ਆ ਗਏ, ਜਿਹੜੇ ਕਿ ਮੈਨੂੰ ਲੱਗਦਾ 90% ਚਾਂਸ ਹੈ ਕਿ ਆ ਜਾਣਗੇ, ਫਿਰ ਤਾਂ ਸਿਉਣੇ ਤੇ ਸੁਹਾਗੇ ਵਾਲੀ ਗੱਲ ਹੋਏਗੀ, ਫਿਰ ਤਾਂ ਸਫਾਈ ਵਾਲੀ ਗੱਲ ਹੀ ਹੋਏਗੀ ਪੰਜਾਬ 'ਚ। ਲੱਗਦਾ ਕਿ ਇਹ ਬੀਜੇਪੀ ਨਾਲੋਂ ਜ਼ਿਆਦਾ ਸਮਝੌਤੇ ਵਾਲਾ ਹੋਵੇਗਾ ਕਰਕੇ। ਦੋਨਾਂ ਦੀ ਸੋਚ ਤੁਹਾਨੂੰ ਲੱਗਦਾ ਕਿ ਬੀਐਸਪੀ ਦੀ ਜ਼ਿਆਦਾ ਸੋਚ ਅਕਾਲੀ ਦਲ ਨਾਲ ਮੇਲ ਖਾਂਦੀ ਜਾਂ ਭਾਰਤੀ ਜਨਤਾ ਪਾਰਟੀ ਨਾਲ ਮੇਲ ਖਾਂਦੀ ਹੈਗੀ? ਸੋਚ ਤਾਂ ਸਾਡੀ ਬਹੁਜਨ ਸਮਾਜ ਪਾਰਟੀ ਨੇ ਫਿੱਟ ਵੇਖਦੀ ਹੈ, ਜਾਂ ਕਮਿਊਨਿਸਟ ਪਾਰਟੀ ਹੈ ਜਾਂ ਅਕਾਲੀ ਦਲ ਦੀ, ਇਹਨਾਂ ਦੀ ਸਾਰਿਆਂ ਦੀ ਸੋਚ ਸਾਡੀ ਤਕਰੀਬਨ ਮਿਲਦੀ ਜੁਲਦੀ ਹੈ। ਸੋਚ ਤਾਂ ਸਾਰਿਆਂ ਦੀ। ਭਾਰਤੀ ਜਨਤਾ ਪਾਰਟੀ ਦਾ ਏਜੰਡਾ ਤੇ ਸੋਚ ਹੋਰ ਹੈ, ਪਰ ਕਈ ਵਾਰੀ ਮਜਬੂਰੀਆਂ ਹੋ ਜਾਂਦੀਆਂ। ਜਿਵੇਂ ਪਹਿਲਾਂ ਆਪਾਂ ਗੱਲ ਕੀਤੀ ਕਿ ਸਾਡੇ ਕੋਲ ਕਾਂਗਰਸ ਨਾਲ ਅਸੀਂ ਚੱਲ ਨਹੀਂ ਸਕਦੇ, ਹੋਰ ਸਾਡੇ ਕੋਲ ਕੋਈ ਰਸਤਾ ਨਹੀਂ ਸੀਗਾ। ਭਾਰਤੀ ਜਦੋਂ ਵਾਜਪਾਈ ਸੀਗੇ, ਇਹਦੇ ਆਗੂ ਸੀਗੇ ਸਾਰੇ, ਉਹਦਾ ਤੇ ਹੁਣ ਵਾਲੀ ਗੌਰਮੈਂਟ ਦਾ ਬਹੁਤ ਵੱਡਾ ਆਪਣਾ ਜਗਤਾਰ ਜੀ ਫਰਕ ਹੈ। ਵਾਜਪਾਈ ਸਾਹਿਬ ਕਦੇ ਗੱਲ ਸਾਡੀ ਮੋੜਦਾ ਨਹੀਂ ਸੀ, ਜੋ ਮਰਜ਼ੀ ਹੁੰਦੀ ਸੀ। ਉਹ ਬੰਦਾ ਵੀ ਫਿਰਕੂ ਟਾਈਪ ਨਹੀਂ ਸੀਗਾ, ਉਹ ਖੁੱਲੇ ਮਨ ਦਾ ਬੰਦਾ ਸੀਗਾ। ਸਾਰੇ ਉਹ ਤੇ ਯਕੀਨ ਕਰਦੇ ਸੀ ਲੋਕ। ਹੁਣ ਵਾਲੀ ਲੀਡਰਸ਼ਿਪ ਦੇ ਵਿੱਚ ਤੇ ਉਸ ਦੀ ਲੀਡਰਸ਼ਿਪ ਦੇ ਵਿੱਚ ਵੀ ਬਹੁਤ ਵੱਡਾ ਅੰਤਰ ਹੈਗਾ। ਪਰ ਸਮਝੌਤਾ ਕਿਉਂਕਿ ਸਾਡਾ ਚੱਲੀ ਜਾਂਦਾ ਸੀ, ਅਸੀਂ ਤੋੜ ਸਕਦੇ ਨਹੀਂ ਸੀ, ਇਸ ਕਰਕੇ ਨਾਲ ਹੀ ਚੱਲੀ ਗਿਆ। ਤੇ ਪਰ ਉਸ ਲੀਡਰਸ਼ਿਪ ਦਾ ਤੇ ਇਹ ਲੀਡਰਸ਼ਿਪ ਦਾ ਬਹੁਤ ਫਰਕ ਹੈ। ਤੁਸੀਂ ਵੇਖੋ 6 ਸਾਲ ਹੋ ਗਏ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਬਣੇ, 6 ਤੋਂ ਉੱਤੇ ਹੀ ਹੋ ਗਏ। ਤੁਸੀਂ ਹੈਰਾਨ ਹੋਵੋਗੇ ਐਨਡੀਏ ਦੀ ਕਦੇ ਮੀਟਿੰਗ ਨਹੀਂ ਕੀਤੀ। ਨਹੀਂ, ਵਾਜਪਾਈ ਸਾਹਿਬ ਤਾਂ ਹਰ ਸਾਲ ਦੇ ਸਾਲ ਮੀਟਿੰਗ ਕਰਦੇ ਸੀ, ਬਲਕਿ 6 ਮਹੀਨਿਆਂ ਤੋਂ ਜਦੋਂ ਸੈਸ਼ਨ ਆਉਂਦਾ ਸੀ ਉਦੋਂ ਪਹਿਲਾਂ ਕਰਦੇ ਸੀ, ਰਾਏ ਲੈਂਦੇ ਸੀ, ਸਾਰਾ ਕੁਝ। ਇਹਨੇ ਰਾਏ ਤਾਂ ਕੀ ਲੈਣੀ ਸੀ, ਕਦੇ ਮੀਟਿੰਗ ਹੀ ਨਹੀਂ ਕੀਤੀ, ਕਦੇ ਖਾਣੇ ਦਾ ਸੱਦਾ ਹੀ ਨਹੀਂ ਦਿੱਤਾ। ਤੇ ਐਨਡੀਏ ਕਾਹਦਾ ਜੇ ਕਦੇ ਪ੍ਰਾਈਮ ਮਿਨਿਸਟਰ ਸਾਦਾ ਹੀ ਨਹੀਂ ਰਾਏ ਨਹੀਂ ਲੈਂਦਾ ਨਾਲਦਿਆਂ ਦੀ, ਤੇ ਫਿਰ ਐਨਡੀਏ ਕਾਹਦਾ? ਧੱਕੇ ਜੇ ਨਾਲ ਤੁਹਾਡਾ ਸਮਝੌਤਾ ਰਿਹਾ? ਹਾਂ, ਜਿਵੇਂ ਗਲ ਨੱਡ ਹੋ ਜਾਂਦਾ, ਜੋੜੀਆਂ ਜੱਗ ਵਿੱਚ ਥੋੜੀਆਂ ਗਲ ਨੱਡ ਬਥੇਰੇ, ਉਹ ਗਲ ਨੱਡ ਵਾਲਾ ਕੰਮ ਚੱਲੀ ਗਿਆ ਹੁਣ ਤੱਕ। ਲੋਕੀ ਕਹਿ ਰਹੇ ਨੇ ਅੱਜ ਕਿ ਯੂਪੀ ਦੇ ਵਿੱਚ ਬਸਪਾ ਵੀ ਤੀਜੇ ਨੰਬਰ ਤੇ ਸੀ, ਅਕਾਲੀ ਦਲ ਵੀ ਪੰਜਾਬ 'ਚ ਤੀਜੇ ਨੰਬਰ ਤੇ ਸੀ। ਇਹ ਜੋੜੀਆਂ ਰੱਬ ਨੇ ਬਣਾਤੀਆਂ। ਚਲੋ ਇਹ ਉਤਰਾਅ ਚੜਾਅ ਤਾਂ ਚੱਲਦੇ ਰਹਿੰਦੇ ਹੁੰਦੇ ਆ। ਬੀਜੇਪੀ ਕੋਲੇ ਇੱਕ ਵੇਲੇ 2 ਸੀਟਾਂ ਹੀ ਸੀਗੀਆਂ, ਅੱਜ ਉਹਦੇ ਕੋਲ 300 ਤੋਂ ਉੱਤੇ ਨੇ। ਸੋ ਇਹ ਸਿਸਟਮ ਦੇ ਹਾਲਾਤ ਨਾਲ ਚੱਲਦੇ ਆ। ਪਿਛਲੀ ਵਾਰ ਕੁਝ ਹਾਲਾਤ ਇਹੋ ਜਿਹੇ ਬਣ ਗਏ ਸੀ, ਸੀਟਾਂ ਭਾਵੇਂ ਸਾਡੀਆਂ ਘੱਟ ਸੀਗੀਆਂ ਪਰ ਵੋਟ ਪਰਸੈਂਟ ਸਾਡਾ 31 ਤੋਂ ਨਹੀਂ ਡਿੱਗਿਆ। ਪਿਛਲੀ ਵਾਰ ਵੀ 17 ਚ ਵੀ 20 ਸੀਟਾਂ ਸੀ
ਘੱਟੋ ਘੱਟ 1000 ਤੋਂ ਘੱਟ ਵੋਟਾਂ ਤੇ ਜਗਤਾਰ ਸਿੰਘ ਅਸੀਂ ਹਰੇ ਸੀਗੇ। ਅਸੀਂ ਕੈਲਕੂਲੇਟ ਕੀਤੀ ਸੀ, ਮੁੜ ਕੇ 20 ਸੀਟਾਂ ਤੇ ਜੋ ਸਾਨੂੰ ਇੱਕ ਆ ਜਾਂਦੀਆਂ 20 ਸਾਡੀਆਂ 38 ਹੋ ਜਾਣੀਆਂ ਸੀ, ਬਹੁਤ ਵੱਡੀ ਪੋਜੀਸ਼ਨ ਬਣ ਜਾਣੀ ਸੀ। ਸੋ ਇਹ ਤਾਂ ਹੀ ਤਾਂ ਹੈ ਵੀ 1000 500 ਵੋਟ ਵੀ ਸਹਾਈ ਹੁੰਦੀ ਹੈ। ਇਹ ਕੋਈ ਮੇਰਾ ਆਖਰੀ ਸਵਾਲ ਹੈ, ਤੁਸੀਂ ਕਿਹਾ ਕਿ 70 80 85 ਵੀ ਸੀਟਾਂ ਆ ਜਾਣਗੀਆਂ, ਇਹ ਹਕੀਕਤ ਹੈ ਕਿ ਵੈਸੇ ਮਨ ਨੂੰ ਹੌਸਲਾ ਹੀ ਦੇਣ ਵਾਲੀ ਗੱਲ ਹੈ ਜੀ? ਮੈਂ ਕਦੇ ਇਹੋ ਜਿਹੀ ਗੱਲ ਨਹੀਂ ਕਰਦਾ। ਤੁਸੀਂ ਮੇਰੇ ਨਾਲ ਬਹੁਤ ਵਾਰੀ ਆਪਾਂ ਇਕੱਠੇ ਹੁੰਦੇ ਰਹਿੰਦੇ ਆ। ਮੈਨੂੰ ਨਹੀਂ ਆਦਤ ਹੈਗੀ ਕਿ ਮੈਂ ਐਵੇਂ ਫੂਕੀ ਗੱਲ ਕਰਾਂ, ਬੜਿਆਈ ਕਰਾਂ ਜਾਂ ਮੈਂ ਝੂਠ ਬੋਲਾਂ। ਇਹ ਗੱਲ 'ਚ ਮੈਂ ਨਹੀਂ ਪੈਂਦਾ। ਮੈਂ ਤਾਂ ਇਸ ਗੱਲ ਦਾ ਹੈਗਾ ਕਿ ਸਿਆਸੀ ਬੰਦਿਆਂ ਨੂੰ ਝੂਠ ਬੋਲਣਾ ਹੀ ਨਹੀਂ ਚਾਹੀਦਾ, ਭਾਵੇਂ ਨੁਕਸਾਨ ਹੋ ਜੇ। ਸਾਰੀਆਂ ਪਾਰਟੀਆਂ ਨੂੰ ਬਹਿ ਕੇ ਫੈਸਲਾ ਕਰਨਾ ਚਾਹੀਦਾ। ਮੈਂ ਤਾਂ ਇਸ ਰਾਏ ਦਾ ਬੰਦਾ, ਨਾ ਸ਼ਰਾਬ ਪਿਆ ਕੇ ਵੋਟ ਲੈਣੀ ਚਾਹੀਦੀ ਹੈ, ਨਾ ਪੈਸੇ ਦੇ ਕੇ ਵੋਟ ਲੈਣੀ ਚਾਹੀਦੀ ਹੈ। ਇਹ ਵੀ ਗਿਰਾਵਟ ਘਾਟੇ ਵਾਲੀ, ਇਹ ਡੈਮੋਕ੍ਰੇਸੀ ਦਾ ਮਖੌਲ ਹੈ ਸਾਡਾ ਸਾਰੇ ਲੋਕਾਂ ਦਾ। ਪਰ ਕੱਲਾ ਤਾਂ ਮੈਂ ਕੁਝ ਨਹੀਂ ਕਰ ਸਕਦਾ। ਮੈਂ ਤਾਂ ਹੁਣ ਇਸ ਰਾਏ ਦਾ ਕਿ ਚੋਣ ਮੈਨੀਫੈਸਟੋ ਜਿਹੜਾ ਸਾਡਾ, ਉਹ ਕਾਨੂੰਨੀ ਡਾਕੂਮੈਂਟ ਬਣ ਜਾਣਾ ਚਾਹੀਦਾ। ਜਿਹੜੀ ਪਾਰਟੀ 90% ਘੱਟੋ ਘੱਟ ਵਾਅਦੇ ਨਹੀਂ ਪੂਰੇ ਕਰਦੀ, ਉਹ ਪਾਰਟੀ ਦੀ ਮਾਨਤਾ ਰੱਦ ਕਰ ਦੇਣੀ ਚਾਹੀਦੀ ਹੈ। ਇਹ ਵੇਲਾ ਆ ਗਿਆ ਹੁਣ ਲੋਕਾਂ ਨਾਲ ਫਰਾਡ ਕਰਕੇ ਵੋਟਾਂ ਲੈਣੀਆਂ। ਪਾਪ ਹੈ, ਜਿਵੇਂ ਕੈਪਟਨ ਸਾਹਿਬ ਨੇ ਗੁਟਕਾ ਦਿਖਾ ਕੇ ਲੈ ਲਈਆਂ, ਮੁੜ ਕੇ ਡੱਕਾ ਹੀ ਨਹੀਂ ਤੋੜਿਆ। ਸੋ ਮੈਂ ਜਿਹੜੀਆਂ ਗੱਲ ਕਰਦਾ, ਮੈਂ ਹਕੀਕਤ ਤੇ ਗੱਲ ਕਰਦਾ। ਤੁਸੀਂ ਯਾਦ ਰੱਖ ਲਿਓ ਇਹ ਗੱਲ, 80 ਦੇ ਲਾਗੇ ਚੱਗੇ ਸੀਟਾਂ ਇਸ ਫਰੰਟ ਨੂੰ ਹੋਣਗੀਆਂ, ਜਿਹੜਾ ਆਉਣ ਵਾਲੇ ਸਮੇਂ 'ਚ ਬਹੁਤ ਥੱਲੇ ਹਵਾ ਜਿਹੜੀ ਕਾਂਗਰਸ ਪਾਰਟੀ ਦੇ ਖਿਲਾਫ ਹੈ। ਆਮ ਆਦਮੀ ਪਾਰਟੀ ਦਾ ਆਧਾਰ ਦੂਰ ਖੁੱਸ ਗਿਆ, ਉਹ ਹੈ ਨਹੀਂ। ਪਹਿਲਾਂ ਹੀ 6 ਜ਼ਿਲ੍ਹਿਆਂ ਸੀਗਾ ਸੱਤਾ 'ਚ, ਪੰਜਾਬ 'ਚ ਤਾਂ ਪਹਿਲਾਂ ਹੀ ਹੈ ਨਹੀਂ ਸੀਗਾ। ਤੇ ਉੱਥੋਂ ਵੀ ਹੁਣ ਬਿਲਕੁਲ, ਉੱਥੇ ਤਾਂ ਹੁਣ ਜਿੱਥੇ ਪਹਿਲਾਂ ਸੀ ਉੱਥੇ ਤਾਂ ਜਮਾ ਹੀ ਨਹੀਂ ਹੈਗਾ। ਚਲੋ ਜੋ ਆਪਣੇ ਆਪ ਨੂੰ ਖੁਸ਼ਫਹਿਮੀ 'ਚ ਮਰਜ਼ੀ ਰੱਖਣ, ਉਹ ਆਪਾਂ ਉਹਨਾਂ ਦੀ ਮਰਜ਼ੀ ਹੈ। ਪਰ ਬਹੁਤ ਵਧੀਆ ਮੈਜੋਰਟੀ ਨਾਲ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣੀ। ਬਹੁਤ ਬਹੁਤ ਮਿਹਰਬਾਨੀ ਤੁਹਾਡਾ ਵੀ ਜੀ ਭੁੱਲਰ ਸਾਹਿਬ, ਜੀ ਆਇਆਂ ਨੂੰ ਬਹੁਤ ਬਹੁਤ ਤੁਹਾਡਾ ਧੰਨਵਾਦ। ਆਪਾਂ ਗੱਲਾਂ ਬਾਤਾਂ ਕੀਤੀਆਂ, ਇਹਦਾ ਲੋਕਾਂ 'ਚ ਗੱਲ ਜਾਂਦੀ ਹੈ, ਬੜਾ ਫਾਇਦਾ ਹੁੰਦਾ। ਤੁਹਾਡਾ ਵੀ ਜੀ ਆਇਆਂ ਨੂੰ, ਤੁਹਾਡਾ ਧੰਨਵਾਦ। ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਬਿਲਕੁਲ ਜੀ, 2022 ਬਿਲਕੁਲ 6 ਮਹੀਨੇ ਦਾ ਸਮਾਂ ਰਹਿ ਗਿਆ। ਜਿੱਥੋਂ ਤੱਕ ਅੱਜ ਗੱਠਜੋੜ ਦਾ ਸਵਾਲ ਹੈ, ਔਰ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਨੂੰ ਉਮੀਦ ਹੈ ਕਿ ਜਿਹੜੀ ਅਗਲੀ ਸਰਕਾਰ ਉਹ ਸਾਡੀ ਬਣੇਗੀ। ਪਰ ਨਾਲ ਦੀ ਨਾਲ ਇਹਨਾਂ ਨੇ ਬਹੁਤ ਇੱਕ ਵੱਡੀ ਗੱਲ ਆਖੀ ਹੈ ਕਿ ਹੁਣ ਵੋਟਰਾਂ ਦੇ ਨਾਲ ਫਰਾਡ ਨਹੀਂ ਕੀਤਾ ਜਾ ਸਕਦਾ। ਔਰ ਲੋਕ ਵੀ ਸਿਆਣੇ ਹੋ ਚੁੱਕੇ, ਵੋਟਰ ਵੀ ਸਿਆਣੇ ਹੋ ਚੁੱਕੇ ਨੇ। ਤੇ ਜਿਹੜੀ ਪਾਰਟੀ 90% ਦੀ ਆਪਣੇ ਕੀਤੇ ਵਾਅਦੇ ਬੋਲ ਨਹੀਂ ਪੁਗਾਉਂਦੀ ਹੈਗੀ, ਉਹਦੀ ਤੇ ਮਾਨਤਾ ਰੱਦ ਹੋਣੀ ਚਾਹੀਦੀ। ਤੇ ਵੋਟਾਂ 'ਚ ਨਾ ਪੈਸੇ ਤੇ ਨਾ ਸ਼ਰਾਬ ਦੀ ਗੱਲ ਹੋਣੀ ਚਾਹੀਦੀ। ਜੇ ਅਸੀਂ ਕਰਦੇ ਹਾਂ ਤੇ ਉਹ ਫਿਰ ਡੈਮੋਕ੍ਰੇਸੀ ਤੇ ਇੱਕ ਧੱਬਾ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ, ਵੀ ਨਿਊਜ਼, ਚੰਡੀਗੜ੍ਹ।